ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ ਨਮਸਤ ਆਦ ਰੂਪਣੰ। ਸਮਸਤ ਮੈਂ ਬਿਰਾਜਹੀ ਮਯੰਕ ਮਾਹੇ ਕਰਾਂਤ। ਮਾਰਤੰਡ ਦੀਪ ਸਾਜਹੀ ਨਮਸਤ ਆਦ ਰੂਪਣੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦਿਆਲ ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਵੱਡਿਆਂ ਭਾਗਾਂ ਵਾਲੇ ਵਡਭਾਗੀ ਹੋ, ਕਰਮਾਂ ਵਾਲੇ ਹੋ, ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੂਰਨ ਪਰਮੇਸ਼ਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੇ ਸੁੰਦਰ ਦਰਬਾਰ ਦੀਵਾਨ ਸਜ ਰਹੇ ਹੈ। ਗੁਰੂ ਸਾਹਿਬ ਜੀ ਦੀ ਤੁਰਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਲਿਆ ਹੈ। ਇਸ ਤੋਂ ਉਪਰੰਤ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਆਪਾਂ ਇਤਿਹਾਸ ਲੜੀਵਾਰ ਰੂਪ ਵਿੱਚ ਪੜ੍ਹ ਸੁਣਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਵਿੱਚ ਹਨ। ਸ੍ਰੀ ਕਰਤਾਰਪੁਰ ਸਾਹਿਬ ਬੇਅੰਤੀ ਸੰਗਤ ਜੱਥਿਆਂ ਦੇ ਜੱਥੇ ਬਣ ਕੇ ਆ ਰਹੀ ਹੈ। ਕਰਤਾਰਪੁਰ ਸਾਹਿਬ ਨੂੰ ਜਿੰਨੇ ਵੀ ਰਸਤੇ ਆ ਰਹੇ ਹੈ
ਉਹਨਾਂ ਰਸਤਿਆਂ ਦੇ ਵਿੱਚ ਗੁਰੂ ਕੀ ਸੰਗਤ ਦੇ ਟੋਲਿਆਂ ਦੇ ਟੋਲੇ, ਜੱਥੇ 1000 ਦੇ, 2000 ਦੇ, ਕੋਈ ਪਰਿਵਾਰਾਂ ਸਮੇਤ ਗੁਰੂ ਕੀਆਂ ਸਿੱਖ ਸੰਗਤਾਂ ਆ ਰਹੀਆਂ। ਖੱਤਰੀ, ਬ੍ਰਾਹਮਣ, ਸੂਦ, ਵੈਸ, ਇਸੇ ਤਰ੍ਹਾਂ ਮੁਸਲਮਾਨ ਵੀ, ਸਿੱਖ, ਸੈਯਦ, ਮੁਗਲ, ਪਠਾਨ। ਗੱਲ ਕੀ ਸੀ ਵੀ ਕੋਈ ਨਹੀਂ ਜਿਹੜਾ ਹੈ ਰਹਿ ਰਿਹਾ। ਜਦੋਂ ਕਿਸੇ ਕੋਈ ਸੁਣਦਾ ਹੈ ਵੀ ਮਹਾਰਾਜ ਜੀ ਨੇ ਮੈਂ ਮਾਤਾ ਜੀ ਦੀ ਬੇਨਤੀ ਸੁਣ ਕੇ 7ਵੀਂ ਥਿੱਤ ਦੀ ਬਜਾਏ ਅੱਸੂ ਵਦੀ 10ਵੀਂ ਨੂੰ ਸਮਾਉਣਾ ਹੈ, ਅਤੇ ਗੁਰੂ ਕੀਆਂ ਸੰਗਤਾਂ ਵੱਧ ਚੜ੍ਹ ਕੇ, ਜਿਹੜੇ ਕੋਈ ਬਜ਼ੁਰਗ ਬਲਹੀਣ ਕਮਜ਼ੋਰ ਹੈ, ਕਹਿੰਦੇ ਨਹੀਂ ਤੁਰ ਫਿਰ ਸਕਦੇ, ਇਸ ਗੱਲ ਨੂੰ ਸੁਣ ਕੇ ਉਹ ਵੀ ਬੜੇ ਉਤਾਵਲੇ ਕਾਹਲੇ ਪੈਂਦੇ ਹੈ। ਖੁਸ਼ ਹੋ ਕੇ ਮਨ 'ਚ ਖੁਸ਼ੀ ਚੜ੍ਹਦੀ ਹੈ ਵੀ ਮਹਾਰਾਜ ਜੀ ਦਾ ਜਾ ਕੇ ਦਰਸ਼ਨ ਕਰੀਏ ਛੇਤੀ ਨਾਲ, ਕਿਤੇ ਨਿਭਾਗੇ ਨਾ ਰਹਿ ਜਾਈਏ, ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਦਰਸ਼ਨ ਕਰੀਏ। ਬੜੇ ਬੜੇ ਬੈਰਾਗੀ, ਜਤੀ, ਤਪੀ, ਪੰਡਿਤ, ਵਿਦਵਾਨ ਹੋਰ ਸਭ ਜਿਹੜੇ ਹੈ ਇੱਥੇ ਸ੍ਰੀ ਕਰਤਾਰਪੁਰ ਸਾਹਿਬ ਮਤਾਂ ਮਤਾਂਤਰਾਂ ਦੇ ਸਾਧ ਵੈਸ਼ਨੋ ਸਭ ਆ ਰਹੇ ਹੈ। ਹੋਰ ਜਿਹੜੇ ਕੋਈ ਪੀਰ ਹਨ ਮੁਲਤਾਨ ਵਿੱਚ ਰਹਿੰਦੇ, ਚੜ੍ਹਦੀ ਕਲਾ ਵਾਲੇ ਪੀਰ, ਮੱਕੇ ਕਾਬੇ ਮੰਦਰ 'ਚ ਰਹਿੰਦੇ, ਸ਼ਕਤੀਆਂ ਧਾਰਨ ਕਰਨ ਵਾਲੇ, ਵੱਡੀ ਵੱਡੀ ਸ਼ਕਤੀਆਂ ਵਾਲੇ, ਮਦੀਨੇ ਵਿੱਚ ਰਹਿਣ ਵਾਲੇ ਪੀਰ, ਪੈਗੰਬਰ ਜਿਹੜੇ ਖੁਦਾ ਦਾ ਪੈਗਾਮ ਲੈ ਕੇ ਆਏ ਹੈ, ਔਲੀਏ, ਅੰਬੀਏ, ਉੱਚੇ ਉੱਚੇ ਅਵਸਥਾ ਵਾਲੇ ਫਕੀਰ, ਜਦੋਂ ਉਹਨਾਂ ਨੇ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਵਾਲੇ ਹੈ, ਉਹ ਵੀ ਆਪਣੀਆਂ ਤਾਕਤਾਂ ਨਾਲ, ਸ਼ਕਤੀਆਂ ਨਾਲ ਹੀ, ਗੁਪਤ ਰੂਪ ਵਿੱਚ ਹੀ ਬੜੀ ਛੇਤੀ ਇੱਥੇ ਕਰਤਾਰਪੁਰ ਸਾਹਿਬ ਆਏ। 84 ਸਿੱਧ, ਨੌਨਾਥ, ਗੋਰਖਨਾਥ, ਮਛੇਂਦਰਨਾਥ, ਭੰਗਰਨਾਥ ਆਦਿਕ, ਇਸੇ ਤਰ੍ਹਾਂ ਜਤੀ ਜਿੰਨੇ ਵੀ ਹੈ, ਉਹ ਜਤੀ ਵੀ ਸਾਰੇ ਇੱਥੇ ਆ ਕੇ ਗੁਰੂ ਸਾਹਿਬ ਨਾਨਕ ਮਹਾਰਾਜ ਜੀ ਦੇ ਚਰਨਾਂ 'ਤੇ ਮੱਥੇ ਟੇਕ ਰਹੇ ਹੈ। ਆਪਣੇ ਭਾਗ ਚੰਗੇ ਜਾਣ ਰਹੇ ਹੈ ਵੀ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਦਰਸ਼ਨ ਹੋ ਰਿਹਾ ਹੈ, ਸਾਡਾ ਮਨੁੱਖ ਜਨਮ ਧਾਰਿਆ ਅੱਜ ਸਫਲਾ ਹੋ ਗਿਆ। ਫਿਰ ਰਾਵੀ ਦੇ ਕਿਨਾਰੇ 'ਤੇ ਨੌਨਾਥਾਂ, 6 ਜਤੀਆਂ ਨੇ, 84 ਸਿੱਧਾਂ ਨੇ, ਹੋਰ ਵਿਰਾਗੀਆਂ ਤਿਆਗੀਆਂ ਨੇ ਰਾਵੀ ਦੇ ਕਿਨਾਰੇ 'ਤੇ ਆਪਣਾ ਡੇਰਾ ਕਰ ਲਿਆ, ਉੱਥੇ ਰਹਿ ਗਏ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸਭ ਆਈ ਸੰਗਤ ਨੂੰ, ਵੱਡੇ ਵੱਡੇ ਸਾਧੂਆਂ ਸੰਤਾਂ ਨੂੰ ਇਹੀ ਆਗਿਆ ਹੈ, ਰਾਜਿਆਂ ਨੂੰ, ਅਮੀਰਾਂ ਨੂੰ, ਵਜ਼ੀਰਾਂ ਨੂੰ, ਉੱਚੀਆਂ ਜਾਤੀਆਂ ਵਾਲੀਆਂ, ਨੀਵੀਆਂ ਜਾਤੀਆਂ ਵਾਲਿਆਂ ਨੂੰ, ਵੀ ਕਿਸੇ ਨੇ ਵੀ ਜਿਹੜਾ ਨਾ ਭੋਜਨ ਪ੍ਰਸ਼ਾਦਾ ਆਪਣਾ ਵੱਖਰਾ ਤਿਆਰ ਨਹੀਂ ਕਰਨਾ, ਇੱਥੇ ਗੁਰੂ ਕੇ ਲੰਗਰਾਂ ਵਿੱਚ ਹੀ ਆ ਕੇ ਛਕਣਾ ਹੈ। ਅਤੇ ਵੱਡੀ ਸੰਗਤ ਦੀ ਤਾਦਾਦ ਵਿੱਚ ਗੁਰੂ ਕੀ ਸੰਗਤ ਲੰਗਰ ਛਕੀ ਜਾ ਰਹੀ ਹੈ। ਉੱਥੇ ਗਿਣਤੀ ਮਿਣਤੀ ਕੋਈ ਨਹੀਂ ਹੈ ਵੀ ਕਿੰਨੀ ਸੰਗਤ ਭੋਜਨ ਲੰਗਰ ਛਕ ਰਹੀ ਉਸ ਵੇਲੇ। ਗੁਰੂ ਸਾਹਿਬ ਜੀ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਮਹਾਰਾਜ ਆਪ ਜੀ, ਧੰਨ ਤੁਹਾਡੀ ਤਾਕਤ, ਤੁਹਾਡੇ ਲੰਗਰ, ਧੰਨ ਤੁਹਾਡੇ ਸਿੱਖ, ਇਹੀ ਜੈ ਜੈਕਾਰਾਂ ਹੋ ਰਹੀਆਂ ਸਭ ਪਾਸੇ। ਕਿਤੇ ਗੁਰਬਾਣੀ ਪੜ੍ਹੀ ਜਾ ਰਹੀ ਹੈ, ਕਿਤੇ ਸਤਿਨਾਮ ਵਾਹਿਗੁਰੂ ਉਚਾਰਨ ਕੀਤਾ ਜਾ ਰਿਹਾ ਹੈ। ਜੈਸਾ ਜੈਸਾ ਕਿਸੇ ਨੂੰ ਵਿਦਵਤਾ ਹੈ, ਕੋਈ ਪੰਡਿਤ, ਵਿਦਵਾਨ, ਪੀਰ, ਵਿਗਿਆਨੀ, ਉਹ ਆਪਣੀ ਆਪਣੀ ਸਵੈ ਇੱਛਾ ਨਾਲ ਗੁਰੂ ਕਾ ਜਸ ਕਰ ਰਿਹਾ ਹੈ। ਇਸੇ ਤਰ੍ਹਾਂ ਬ੍ਰਹਮਾ, ਸ਼ਿਵ ਜੀ, ਗਣੇਸ਼, ਕਬੀਰ ਇਤਿਆਦਿਕ ਸਾਰੇ ਜਿਹੜੇ ਹੈ, 33 ਕਰੋੜ ਦੇਵਤੇ, ਬ੍ਰਹਸਪਤੀ, ਹੋਰ ਸਾਰੇ ਜਿੰਨੇ ਦੇਵਤੇ ਆ ਉਹ ਵੀ ਇੱਥੇ ਆਏ ਹੈ। ਮਨੁੱਖ ਸਰੀਰ ਉਹਨਾਂ ਨੇ ਧਾਰਨ ਕੀਤਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆਣ ਕੇ ਮੱਥੇ ਟੇਕ ਰਹੇ ਹੈ। 4 ਵੇਦਾਂ ਨੇ ਵੀ ਗੁਰੂ ਆਪਣਾ ਸਰੀਰ ਮਨੁੱਖ ਧਾਰਨ ਕੀਤਾ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਜਿਵੇਂ ਉਹਨਾਂ ਨੇ ਕੀਤੀ, ਉਹ ਆਪਾਂ ਪ੍ਰਸੰਗ ਕੱਲ੍ਹ ਇੱਥੋਂ ਛੱਡਿਆ ਸੀ ਕੁਝ,
ਉਹ ਅੱਜ ਆਪਾਂ ਸਰਵਣ ਕਰੀਏ। ਜਿਵੇਂ 33 ਕਰੋੜ ਦੇਵਤਿਆਂ ਨੇ ਮਿਲ ਜੁਲ ਕੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਸਮਝ ਕੇ ਕਿ ਗੁਰੂ ਨਾਨਕ ਸਾਹਿਬ ਹੀ ਪਰਮੇਸ਼ਰ ਹਨ ਅਤੇ ਹੈ ਵੀ ਹਨ, ਉਹਨਾਂ ਨੇ ਗੁਰੂ ਮਹਾਰਾਜ ਜੀ ਦੀ ਜਿਵੇਂ ਉਸਤਤ ਵਡਿਆਈ ਕੀਤੀ, ਉਹ ਪ੍ਰਸੰਗ ਗੁਰੂ ਸਤੋਤਰ ਆ ਰਿਹਾ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਤੋਤਰ ਗਾਇਨ ਕੀਤੇ ਆ ਗੋਂਡ ਰਾਗ ਦੇ ਵਿੱਚ। ਗੋਂਡ ਮਹੱਲਾ ਪੰਜਵਾ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਇਸੇ ਤਰ੍ਹਾਂ ਅਗਲਾ ਸ਼ਬਦ ਗੋਂਡ ਮਹੱਲਾ ਪੰਜਵਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਗੀ ਕੋਈ ਨਾ ਮੇਟੈ ਦਾਤ। ਤੀਸਰਾ ਸ਼ਬਦ ਉਚਾਰਨ ਕੀਤਾ ਗੋਂਡ ਮਹੱਲਾ ਪੰਜਵਾ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਗੁਰ ਮੇਰਾ ਦੇਉ ਅਲਖ ਅਭੇਉ, ਸਰਬ ਪੂਜ ਚਰਨ ਗੁਰ ਸੇਉ। ਰਾਮ ਸਤੋਤਰ ਨਾਰਾਇਣ ਸਤੋਤਰ। ਜਿਵੇਂ ਗੁਰੂ ਸਾਹਿਬ ਜੀ ਨੇ ਵਡਿਆਈ ਕੀਤੀ ਬੜੀ ਮਹਾਨ, ਇਸੇ ਤਰ੍ਹਾਂ 33 ਕਰੋੜ ਦੇਵਤਿਆਂ ਨੇ ਜੋ ਪਰਮੇਸ਼ਰ ਦੀ ਸੇਵਾ ਵਿੱਚ ਹਰ ਵੇਲੇ ਤਤਪਰ ਤਿਆਰੀ ਰਹਿੰਦੇ ਆ, ਉਹਨਾਂ ਨੇ ਜਿਵੇਂ ਗੁਰੂ ਕੀ ਉਸਤਤ ਕੀਤੀ ਹੈ। ਆਓ ਆਪਾਂ ਸਰਵਣ ਕਰੀਏ। ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਰਾਜ ਛੰਦ ਨਮਸਤ ਆਦ ਰੂਪਣੰ। 33 ਕਰੋੜ ਦੇਵਤੇ, 4 ਵੇਦ, ਸ਼ਿਵ ਜੀ, ਬ੍ਰਹਮਾ, ਕੁਬੇਰ, ਇੰਦਰ, 9 ਨਾਥ, ਸਿੱਧ ਜਤੀ, ਜਿੰਨੇ ਵੀ ਹੈ ਤਾਕਤਾਂ ਵਾਲੇ ਵੱਡੇ ਵੱਡੇ, ਸਭ ਗੁਰੂ ਕੀ ਉਸਤਤ ਪਰਮੇਸ਼ਰ ਰੂਪ ਸਮਝ ਕੇ ਕਰ ਰਹੇ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪ ਜੀ ਪਰਮੇਸ਼ਰ ਰੂਪ, ਜੋ ਪਰਮੇਸ਼ਰ ਆਦ ਰੂਪ ਹੈ, ਜੋ ਆਦ ਭਾਵ ਸਭ ਦਾ ਹੀ ਆਦ ਹੈ, ਜਿਹਦਾ ਆਪਣਾ ਕੋਈ ਆਦ ਨਹੀਂ ਹੈ। ਆਪ ਅਨਾਦਿ ਹੈ ਅਤੇ ਸਭ ਦਾ ਆਦ ਰੂਪ ਹੈ। ਸਭ ਤੋਂ ਪਹਿਲਾ ਰੂਪ ਹੈ ਪਰਮੇਸ਼ਰ ਦਾ। ਓਅੰਕਾਰ ਆਦ ਕਥਨੀ ਅਨਾਦ। ਓਅੰਕਾਰ ਜੋ ਪਰਮੇਸ਼ਰ ਉਹ ਆਦ ਰੂਪ ਹੈ, ਬਾਕੀ ਉਹ ਤੋਂ ਪਹਿਲਾਂ ਕੋਈ ਨਹੀਂ ਪੈਦਾ ਹੋਇਆ। ਦਸੋਂ ਪਿਤਾ ਜੀ ਵੀ ਕਹਿੰਦੇ ਆਦ ਰੂਪ ਅਨਾਦ ਮੂਰਤ, ਅਜੋਨ ਪੁਰਖ ਅਪਾਰ, ਸਰਬ ਮਾਨ ਤਿਰਮਾਨ ਦੇਵ, ਅਭੇਵ ਆਦ ਉਦਾਰ। ਸਰਬ ਪਾਲਕ ਸਰਬ ਘਾਲਕ, ਸਰਬ ਕੋਪਨ ਕਾਲ, ਜਤਰ ਤਤਰ ਵਿਰਾਜਹੀ, ਅਵਧੂਤ ਰੂਪ ਰਸਾਲ। ਨਾਮ ਠਾਮ ਨਾ ਜਾਤ ਜਾਂ ਕਰ, ਰੂਪ ਰੰਗ ਨਾ ਰੇਖ। ਇਸ ਤਰ੍ਹਾਂ ਜੋ ਆਦਿ ਰੂਪ ਹੈ, ਆਦ ਰੂਪ ਤੇ ਅਨਾਦ ਮੂਰਤ ਹੈ। ਐਸੇ ਹੇ ਪਰਮੇਸ਼ਰ ਤੂੰ ਆਦ ਰੂਪ ਹੈ। ਗੁਰੂ ਨਾਨਕ ਸਾਹਿਬ ਤੁਸੀਂ ਆਦਿ ਰੂਪ ਹੋ, ਸਭ ਤੋਂ ਪਹਿਲਾਂ ਸਾਡਾ ਸਰੂਪ ਹੋਇਆ ਹੈ, ਤੁਸੀਂ ਆਪਣੇ ਆਪ ਤੋਂ ਹੋ। ਆਪ ਜੀ ਨੂੰ ਨਮਸਤਕ ਕਹੀਏ, ਨਮਸਕਾਰ ਹੈ। ਸਮਸਤ ਮੈਂ ਬਿਰਾਜ ਹੀ। ਫਿਰ ਆਪ ਜੀ ਸਾਰਿਆਂ ਵਿੱਚ ਹੀ ਬਿਰਾਜ ਰਹੇ। ਸਭ ਦੇ ਆਦਿ ਹੋ, ਆਦਿ ਸਰੂਪ ਹੋ ਅਤੇ ਸਾਰਿਆਂ ਵਿੱਚ ਹੀ ਬਿਰਾਜ ਰਹੇ। ਸਗਲ ਬਨਸਪਤ ਮੈਂ ਬਹਿ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਇਹ ਪਰਮੇਸ਼ਰ ਜੀ ਸਭ ਵਿੱਚ, ਪਹਾੜਾਂ ਕੰਦਰਾਂ ਗੁਫਾਵਾਂ ਸਮੁੰਦਰਾਂ ਵਿੱਚ, ਮੁੱਕਦੀ ਗੱਲ ਕਿ ਖੰਡਾਂ ਬ੍ਰਹਿਮੰਡਾਂ ਜਿੰਨੇ ਦਿਖ ਰਹੇ, ਆਕਾਸ਼ 5 ਤੱਤਾਂ ਵਿੱਚ, 5 ਤੱਤਾਂ ਤੋਂ ਸ੍ਰਿਸ਼ਟੀ ਤੇ ਪਰੇ ਨਹੀਂ ਨਾ, ਇਵੇਂ ਸਾਰੇ 5 ਤੱਤਾਂ ਵਿੱਚ, ਸਾਰੇ ਬ੍ਰਹਿਮੰਡਾਂ ਵਿੱਚ ਹੀ ਆਪ ਜੀ ਬਿਰਾਜ ਰਹੇ ਹੋ। ਮਾਯੰਕ ਮਾਹੇ ਕਰਾਂਤ। ਫਿਰ ਕਿਵੇਂ ਬਿਰਾਜ ਰਹੇ ਉਹਦਾ ਖੁਲਾਸਾ ਹੁਣ ਦੇਵਤੇ ਕਰ ਰਹੇ ਹੈ। ਇਹ ਮਹਾਰਾਜ ਜੀ ਜਿਹੜਾ ਮਯੰਕ ਕਹੀਏ ਚੰਦਰਮਾ ਹੈ,
ਚੰਦਰਮਾ ਵਿੱਚ ਜਿਹੜੀ ਕ੍ਰਾਂਤੀ ਹੈ, ਸੁੰਦਰਤਾ ਹੈ, ਉਹ ਸੁੰਦਰਤਾ ਤੁਸੀਂ ਹੀ ਹੋ। ਜਿਹੜੀ ਚੰਦਰਮਾ ਦੀ ਸੁੰਦਰਤਾ ਨਾ, ਜਦੋਂ ਚਮਕਦਾ ਬੜਾ ਸੋਹਣਾ ਲੱਗਦਾ ਵੇਖਣ 'ਚ। ਅਤੇ ਬੱਚਿਆਂ ਨੇ ਉਹਦਾ ਨਾਮ ਪਾਇਆ ਹੋਇਆ ਚੰਦਾ ਮਾਮਾ। ਇਵੇਂ ਉਹ ਕੋਈ ਸੋਹਣਾ ਹੋਊਗਾ ਉਹਨੇ ਕਹੂ ਨਾ ਚੰਦਾ ਮਾਮਾ, ਦੂਜੇ ਨੂੰ ਕਿਹਨੇ ਕਹਿਣਾ ਕਾਲੇ ਨੂੰ। ਇਵੇਂ ਉਹ ਜਿਹੜਾ ਚੰਦਰਮਾ ਵਿੱਚ ਹੈ ਕ੍ਰਾਂਤੀ, ਸੁੰਦਰਤਾ, ਚਮਕ ਦਮਕ, ਪ੍ਰਕਾਸ਼, ਉਹ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ ਤੁਸੀਂ ਹੋ। ਤੁਸੀਂ ਹੀ ਸੁੰਦਰਤਾ ਰੂਪ ਹੋ ਕੇ ਫੱਬ ਸਜ ਰਹੇ ਹੋ। ਮਾਰਤੰਡ ਦੀਪ ਸਾਜਹੀ। ਇਸੇ ਤਰ੍ਹਾਂ ਸੂਰਜ ਵਿੱਚ ਜਿਹੜਾ ਪ੍ਰਕਾਸ਼ ਹੈ, ਦੀਪ ਕਹੀਏ ਪ੍ਰਕਾਸ਼ ਹੈ, ਜਿਹੜਾ ਸੂਰਜ ਦਾ ਇੰਨਾ ਪ੍ਰਕਾਸ਼ ਚਾਨਣ ਹੈ ਜਿਹਦੇ ਵੱਲ ਵੇਖਿਆ ਤੱਕਿਆ ਨਹੀਂ ਜਾਂਦਾ ਨੇਤਰਾਂ ਨਾਲ। ਉਹ ਸੂਰਜ ਉਂਝ ਤੇ ਹਨੇਰਾ ਹੀ ਹੈ, ਪਰ ਪ੍ਰਕਾਸ਼ ਜਿਹੜਾ ਉਹ ਪਰਮੇਸ਼ਰ ਹੈ। ਸੂਰਜ ਵਿੱਚ ਜਿਹੜਾ ਪ੍ਰਕਾਸ਼ ਹੈ ਉਹ ਤੁਸੀਂ ਹੋ। ਪ੍ਰਕਾਸ਼ ਰੂਪ ਹੋ ਕੇ ਤੁਸੀਂ ਹੀ ਫੱਬ ਸਾਜ ਹੀ ਕਹੇ ਸੱਜ ਫੱਬ ਰਹੇ ਹੋ ਜੀ। ਸਪੰਦ ਮੈਂ ਪਰਭੰਜਨੰ। ਫਿਰ ਪਰਭੰਜਨ ਕਹੀਏ ਜਿਹੜੀ ਹਵਾ ਵਾਯੂ ਹੈ, ਉਹ ਵਾਯੂ ਵਿੱਚ ਜਿਹੜਾ ਵੇਗ ਹੈ ਉਹ ਤੁਸੀਂ ਆਪ ਹੋ। ਜੇ 49 ਪ੍ਰਕਾਰ ਦੀ ਪੌਣ ਮੰਨੀ ਹੈ ਅਤੇ ਉਹ 49 ਪ੍ਰਕਾਰ ਦੀ ਪੌਣ 10 ਪ੍ਰਕਾਰ ਦੀ ਤਾਂ ਸਰੀਰ ਵਿੱਚ ਹੀ ਦੱਸੀ ਹੋਈ ਹੈ। ਪਾਣ, ਅਪਾਨ, ਸਮਾਨ, ਬਿਆਨ, ਪਾਨ, ਉਦਿਆਨ, ਇਸੇ ਤਰ੍ਹਾਂ ਕ੍ਰਿਕਲ, ਧਨੰਜੈ, ਇਸ ਤਰ੍ਹਾਂ ਉਹ ਪਿੱਛੇ ਆਈ ਹੈ ਸਿੱਧਨਾਥਾਂ ਦੇ ਪ੍ਰਸੰਗ ਵਿੱਚ। ਆ ਜਿਹੜਾ ਅਸੀਂ ਕੋਈ ਬੋਲ ਰਹੇ ਹਾਂ, ਕੰਠ ਵਿੱਚ ਪੌਣ ਹੀ ਹੈ, ਪਰਭੰਜਨ ਹੀ ਹੈ। ਜੇ ਇਹ ਹਵਾ ਨਾ ਹੋਵੇ, ਪ੍ਰਾਣ ਨਾ ਹੋਣ, ਤਾਂ ਸਾਡਾ ਕੋਈ ਬੋਲ ਨਾ ਨਿਕਲੇ। ਇਸੇ ਤਰ੍ਹਾਂ ਜਿਹੜਾ ਜੋੜ ਸਾਰੇ ਹੱਥ ਮੁੜਦੇ ਹੈ, ਪੈਰ ਆਪਾਂ ਲੱਤਾਂ ਨਾਲ ਤੁਰਦੇ, ਘੁੰਡ ਜਿਹਾ ਪੈਂਦਾ ਹੈ ਗੋਡਿਆਂ ਦੇ ਵਿੱਚ ਜਾ ਕੇ, ਅਤੇ ਗਾਂਹ ਕਦਮ ਪੁੱਟੀ ਦਾ। ਇਹ ਵੀ ਪਾਉਣ ਕਰਕੇ, ਜੇ ਉਹ ਹਵਾ ਨਾ ਹੋਵੇ ਤਾਂ ਸਰੀਰ ਦੇ ਵਿੱਚ ਜੋੜ ਜਿਹੜੇ ਮੁੜ ਨਹੀਂ ਸਕਦੇ, ਆਪਣੇ ਜੋੜ ਸਿੱਧੇ ਰਹਿਣਗੇ। ਜਿਹੜੀ ਲੈਟਰਨ ਦੀ ਕਿਰਿਆ ਕਰਦੇ, ਇਹ ਵੀ ਇੱਕ ਹਵਾ ਕਰਕੇ। ਜਿਹੜੀ ਲਘੂ ਸ਼ੰਕਾ ਦੀ ਕਿਰਿਆ ਕਰਦੇ, ਇਹ ਵੀ ਹਵਾ ਕਰਕੇ। ਜਦੋਂ ਛਿੱਕਾਂ ਜਿਹੀਆਂ ਆਉਂਦੀਆਂ, ਇੱਕਦਮ ਹਵਾ ਜਿਹੀ ਆਉਂਦੀ, ਇਹ ਵੀ ਇੱਕ ਪੌਣ ਹੈ। ਫਿਰ ਡਕਾਰ ਆਉਂਦਾ, ਜਦੋਂ ਛਿੱਕ ਆਉਂਦੀ ਹੈ, ਇਹ ਸਾਰੀਆਂ ਜਿਹੜੀਆਂ ਸਾਧ ਸੰਗਤ ਦੀ ਹਵਾ ਹੈ, ਇਹ ਪਰਭੰਜਨ। ਇਹਨਾਂ ਕਰਕੇ ਸਭ ਕੁਝ ਹੋ ਰਿਹਾ। ਨੱਕ ਰਾਹੀਂ ਜਿਹੜੇ ਸਵਾਸ ਆ ਰਹੇ ਹੈ, ਗਲੇ ਰਾਹੀਂ ਅੰਦਰ ਜਾ ਰਹੇ ਹੈ, ਗਲੇ ਰਾਹੀਂ ਬਾਹਰ ਆ ਰਹੇ, ਇਹ ਸਾਰੀਆਂ ਪੌਣਾ ਹੈ। ਹੇ ਪਰਮੇਸ਼ਰ, ਅਤੇ ਪਰਭੰਜਨੰ ਸਪੰਦ ਮੈਂ ਪਰਭੰਜਨੰ। ਪਰਭੰਜਨੰ ਕਹੀਏ ਜਿਹੜੀ ਤਰ੍ਹਾਂ ਤਰ੍ਹਾਂ ਦੀ ਪੌਣ ਹਵਾ ਹੈ, ਉਹ ਹਵਾ ਵਿੱਚ ਤੁਸੀਂ ਸਪੰਦ ਹੋ। ਜਿਹੜਾ ਵੇਗ ਉਹ ਤੁਸੀਂ ਹੀ ਹੋ। ਜਿਹੜੀ ਹਵਾ ਵਿੱਚ ਸਪੰਦ ਹਿਲ ਜੁਲ ਹੈ, ਚੱਲਣਾ ਹੈ, ਹਿੱਲਣਾ ਜੁਲਣਾ, ਥਰਥਰਾਹਟ, ਕੰਬਣਾ ਹੈ, ਜਿਹੜੀ ਕੰਬਣ ਸ਼ਕਤੀ ਹੈ, ਥਰਥਰਾਹਟ ਸ਼ਕਤੀ ਹੈ, ਹਿੱਲਣ ਜੁਲਣ ਦੀ ਸ਼ਕਤੀ ਹੈ, ਚੱਲਣ ਦੀ ਸ਼ਕਤੀ ਹੈ, ਵੇਗ ਰੂਪ ਹੈ, ਉਹ ਹਵਾ ਦੇ ਵਿੱਚ ਤੁਸੀਂ ਹੋ ਕੇ ਫੱਬ ਰਹੇ ਹੋ। ਵੇਗ ਰੂਪ ਜਲੰ ਦ੍ਰਵੰਤ ਰੂਪ ਹੋ। ਫਿਰ ਜਲੰ ਜਿਹੜਾ ਜਲ ਵਿੱਚ ਦ੍ਰਵਣ ਹੈ, ਵਹਿਣ ਰੂਪ। ਇਹ ਜਿਹੜਾ ਪਾਣੀ ਦਾ ਸੁਭਾਅ ਨਾ ਵੀ ਨੀਵੇਂ ਥਾਂ ਨੂੰ ਢਲ ਜਾਣਾ, ਜਿਹੜੀ ਤਰਲਤਾ ਉਹਦੇ ਵਿੱਚ ਦ੍ਰਵਣਾ ਫੈਲ ਜਾਣਾ, ਝਟਪਟ ਜਿੱਧਰ ਨੀਵਾਂ ਥਾਂ ਆ ਉੱਧਰ ਜਿਹੜਾ ਰੁੜ ਜਾਣਾ, ਇਹ ਦ੍ਰਵਣਤਾ। ਇਹ ਜਲ ਦੇ ਵਿੱਚ ਦ੍ਰਵਣ, ਦ੍ਰਵੰਤ ਕਹੀਏ ਵਹਿਣ ਰੂਪ, ਦ੍ਰਵਣਾ ਰੂਪ, ਉਹ ਦ੍ਰਵਣ ਰੂਪ ਹੋ ਕੇ ਤੁਸੀਂ ਹੀ ਸੱਜ ਰਹੇ ਹੋ। ਇਸ ਤਰ੍ਹਾਂ ਸਾਧ ਸੰਗਤ ਜੀ ਤੱਤਾਂ ਤੋਂ ਲੈ ਕੇ ਤਰ੍ਹਾਂ ਤਰ੍ਹਾਂ ਦੇ ਪ੍ਰਮਾਣ ਦੇ ਕੇ ਪਰਮੇਸ਼ਰ ਦੀ ਇੰਨੀ ਡੂੰਘੀ ਵਡਿਆਈ ਹੈ, ਇਹ ਸਮਝ ਤੋਂ ਪਰੇ ਹੈ। ਇੱਕ ਤਾਂ ਪਰਮਾਤਮਾ ਦੀ ਵਿਆਪਕਤਾ ਦੇ ਵਿੱਚ ਇਹਦੇ ਵਿੱਚ ਕਥਨ ਹੈ ਵੀ ਉਹ ਵਿਆਪਕ ਕਿੰਨਾ ਹੈ, ਅਤੇ ਇੱਕ ਇਹਦੇ ਵਿੱਚ ਇਹ ਕਥਨ ਹੈ ਜਿਹੜੇ ਸ਼ੁਭ ਗੁਣ ਹੈ ਨਾ, ਸ਼ੁਭ ਗੁਣਾਂ ਦਾ ਹੀ। ਹੁਣ ਨਿਵ ਪਾਣੀ ਦਾ ਕੰਮ ਨਿਵ ਚੱਲਣ ਗੁਰ ਮਾਰਗ ਦੱਸੇ, ਪਾਣੀ ਦਾ ਕੰਮ ਨੀਵੇਂ ਚੱਲਣਾ,
ਤੇ ਨੀਵਾਂ ਹੁਣ ਕੌਣ ਚੱਲਦਾ? ਪਰਮੇਸ਼ਰ ਦੇ ਭਗਤ ਸੰਤ ਨਿਮਰਤਾ ਵਿੱਚ। ਇਸੇ ਤਰ੍ਹਾਂ ਤੁਸੀਂ ਜਲ ਦੇ ਵਿੱਚ ਦਰਵੰਤ ਕਹੀਏ ਵਹਿਣ ਰੂਪ ਹੋ, ਦਰਵਣ ਰੂਪ ਹੋ ਕੇ ਫਬ ਰਹੇ ਹੋ। ਆਕਾਸ ਮੈਂ ਵਿਕਾਸ ਤੋਂ, ਆਕਾਸ਼ ਵਿੱਚ ਤੁਸੀਂ ਫੈਲਾਓ ਰੂਪ ਹੋ। ਜਿਹੜਾ ਆਕਾਸ਼ ਦਾ ਫੈਲਾਓ ਹੈ, ਵਿਸਤਾਰ ਹੈ, ਵਿਕਾਸ ਹੈ, ਕਿ ਜਿੱਧਰ ਵੇਖੋ ਆਕਾਸ਼ ਹੀ ਆਕਾਸ਼ ਵਿਆਪਕ ਹੈ। ਤੁਸੀਂ ਇੱਥੇ ਖਲੋ ਜਾਓ, ਐਂ ਲੱਗੇਗਾ ਜਿਵੇਂ ਆ 20 ਕਿਲੋਮੀਟਰ ਦੇ ਦੂਰੀ 'ਤੇ ਆਕਾਸ਼ ਥੱਲੇ ਲੱਗਾ ਹੋਇਆ ਹੈ, ਚਾਰ ਚੁਫੇਰਿਓਂ ਤੰਬੂ ਜਿਹੇ ਤਣਿਆ ਹੋਇਆ ਹੈ। ਇਹ ਜਿਹੜਾ ਆਕਾਸ਼ ਵਿੱਚ, ਆਕਾਸ਼ ਵੀ ਕਈ ਤਰ੍ਹਾਂ ਦੇ ਹੈ, ਉਹ ਵਿਦਾਂਤ ਮਤ 'ਚ ਦੱਸਿਆ ਹੋਇਆ। ਇੱਕ ਮੇਘਾ ਆਕਾਸ਼ ਹੈ, ਘਟਾ ਆਕਾਸ਼ ਹੈ, ਜਲਾ ਆਕਾਸ਼ ਹੈ, ਮਠਾ ਆਕਾਸ਼ ਹੈ। ਜਿਹੜਾ ਘੜੇ ਦੇ ਵਿਚਲਾ ਖਾਲੀ ਹਿੱਸਾ ਹੈ ਨਾ, ਖਾਲੀ ਥਾਂ, ਉਹਨੂੰ ਘਟਾ ਆਕਾਸ਼ ਕਿਹਾ ਜਾਂਦਾ। ਇਸੇ ਤਰ੍ਹਾਂ ਜਿਹੜਾ ਬੱਦਲਾਂ ਦੇ ਵਿੱਚ ਜਲ ਹੁੰਦਾ ਹੈ, ਅਤੇ ਉਹ ਜਲ ਦੇ ਵਿੱਚ ਜਿਹੜਾ ਆਕਾਸ਼ ਦਾ ਹਿੱਸਾ ਹੈ ਉਹਨੂੰ ਉਹਨੂੰ ਕਹੀਦਾ ਮੇਘਾ ਆਕਾਸ਼। ਜਿਹੜਾ ਹੁਣ ਤਲਾਵਾਂ ਨਦੀਆਂ 'ਚ ਜਲ ਹੈ, ਜਾਂ ਬਾਲਟੀ 'ਚ ਤੁਸੀਂ ਪਾਣੀ ਵੇਖ ਲਿਓ, ਅਤੇ ਉਹਦੇ ਵਿੱਚ ਜਦੋਂ ਆਪਾਂ ਪਾਣੀ ਸੰਘਣਾ ਹੋਇਆ ਹੋਵੇ ਅਤੇ ਠਾਹ ਨੂੰ ਵੇਖਾਂਗੇ ਤਾਂ ਉਹਦੇ ਵਿੱਚ ਜਿਹੜਾ ਆਕਾਸ਼ ਨਜ਼ਰੀ ਆਉਂਦਾ ਹੈ। ਉਹ ਐਂ ਲੱਗਦਾ ਨਾ ਕਿ ਜਿਵੇਂ ਕਿ ਥੱਲੇ ਜ਼ਮੀਨ ਹੀ ਕੋਈ ਨਹੀਂ ਹੈਗੀ, ਉਹਨੂੰ ਕਹੀਦਾ ਜਲਾ ਆਕਾਸ਼। ਜਿਹੜਾ ਮਕਾਨ ਦੇ ਅੰਦਰਲਾ ਹਿੱਸਾ ਖਾਲੀ ਹੈ, ਜਿਵੇਂ ਆ ਦਰਬਾਰ ਦੇ ਅੰਦਰ ਜਿੰਨਾ ਖਾਲੀ ਹਿੱਸਾ, ਇਹਨੂੰ ਕਹੀਦਾ ਮਠਾ ਆਕਾਸ਼ ਹੈ। ਇਵੇਂ ਜਿੰਨੇ ਵੀ ਆਕਾਸ਼ ਹੈ, ਇਹ ਆਕਾਸ਼ਾਂ ਦਾ ਜਿੰਨਾ ਵੀ ਫੈਲਾਓ ਹੈ, ਉਹ ਵਿਕਾਸ ਰੂਪ ਫੈਲਾਓ ਰੂਪ ਤੁਸੀਂ ਆਪ ਹੀ ਸੱਜ ਰਹੇ ਹੋ ਕੇ। ਧਰਾ ਧਰਤੀ ਅਨੂਪ ਹੋ, ਧਰਤੀ ਵਿੱਚ ਅਨੂਪ ਜੋ ਅਚਰਜੀ ਧੀਰਜਦਾ ਹੈ, ਉਹ ਤੁਸੀਂ ਆਪ ਹੋ। ਧਰਤੀ ਵਿੱਚ ਧੀਰਜ ਹੈ ਨਾ, ਧਰਿਤੀ ਕਹੀਏ ਧੀਰਜ ਹੈ ਨਾ, ਉਪਮਾ ਤੋਂ ਰਹਿਤ। ਧਰਤੀ ਨੂੰ ਕੋਈ ਪੁੱਟੀ ਜਾਏ, ਕੋਈ ਲੇਪਣ ਕਰੇ, ਕੋਈ ਉੱਤੇ ਗੰਦ ਪਾਵੇ, ਕੋਈ ਸਫਾਈ ਕਰੇ, ਕੋਈ ਪੋਚਾ ਨਾ ਫੇਰੇ, ਕੋਈ ਚੰਦਨ ਦਾ, ਕੋਈ ਗੋਹੇ ਦਾ, ਜਿੰਨੇ ਮਰਜ਼ੀ ਉੱਤੇ ਕੋਈ ਭਾਵੇਂ ਡੂੰਘ ਪਾਈ ਜਾਵੇ, ਐਵੇਂ ਟੋਏ ਪਾਈ ਜਾਵੇ, ਅਤੇ ਧਰਤੀ ਧੀਰਜ ਵਾਲੀ ਹੈ, ਕਿਸੇ ਨੂੰ ਕੁਝ ਨਹੀਂ ਕਹਿੰਦੀ ਹੈ। ਇਹ ਜਿਹੜੀ ਧਰਤੀ ਵਿੱਚ ਧਰਿਤੀ ਹੈ ਨਾ, ਧੀਰਜਤਾ ਆਸ਼ਚਰਜੀ ਕਰ ਦੇਣ ਵਾਲੀ, ਅਨੂਪਮੀ, ਬੜੀ ਸੁੰਦਰ ਧੀਰਜਤਾ ਧਰਤੀ ਵਿੱਚ ਜਿਹੜੀ ਨਿਮਰਤਾ ਹੈ, ਉਹ ਧੀਰਜ ਤੁਸੀਂ ਆਪ ਹੋ ਮਹਾਰਾਜ। ਉਹ ਧਰਤੀ ਵਿੱਚ ਜਿਹੜੀ ਨਿਮਰਤਾ ਗਰੀਬੀ ਹੈ, ਉਹ ਤੁਸੀਂ ਆਪ ਹੀ ਹੋ। ਅਸਚਰਜ ਰੂਪ ਹੋ ਕੇ ਫਬ ਰਹੇ ਹੋ, ਧੀਰਜ ਰੂਪ ਹੋ ਕੇ। ਸੋ ਤੇਜ ਮੈਂ ਹੁਤਾਸਨੰ, ਹੁਤਾਸਨੰ ਜਿਹੜੀ ਅਗਨੀ ਹੈ, ਅੱਗ ਵੀ ਇੱਕ ਤਾਂ ਚੁੱਲ੍ਹੇ ਦੀ ਅੱਗ ਹੈ ਜਿੱਥੇ ਆਪਾਂ ਭੋਜਨ ਪ੍ਰਸ਼ਾਦਾ ਪਕਾਉਂਦੇ ਹਾਂ। ਇੱਕ ਮਹਾਂਪਰਲੋ ਦੀ ਅਗਨੀ ਹੈ, ਜਦੋਂ ਮਹਾਂਪਰਲੋ ਆਉਂਦੀ ਤਾਂ ਸਭ ਬ੍ਰਹਿਮੰਡੀ ਧਰਤੀ ਦੇ ਜੋ ਕੁਝ ਜਗ੍ਹਾ ਸਭ ਅੱਗ ਲੱਗ ਕੇ ਤੇ ਸੜ ਮੱਚ ਜਾਂਦਾ ਹੈ। ਇੱਕ ਬੜਵਾ ਨਾਲ ਹੈ, ਜਿਹੜੀ ਸਮੁੰਦਰ ਦੀ ਅੱਗ ਹੈ, ਜਿਹੜੀ ਸਮੁੰਦਰ ਦੇ ਜਲ ਨੂੰ ਸਾੜ ਰਹੀ ਹੈ, ਘੋੜੀ ਵਾਂਗੂ ਉਹਦਾ ਮੂੰਹ ਬਣਿਆ ਜਿੱਥੋਂ ਅੱਗ ਨਿਕਲ ਰਹੀ। ਇੱਕ ਹੈ ਜਿਹੜੀ ਦਾਵਾ ਨਾਲ, ਉਹ ਦਾਵਾ ਨਾਲ ਇਹਨੂੰ ਕਹਿੰਦੇ ਜਿਹੜੀ ਜੰਗਲ ਦੀ ਅੱਗ ਹੈ। ਇਸੇ ਤਰ੍ਹਾਂ ਹੀ ਇੱਕ ਹੈ ਜਠਰਾ ਅੱਗਨ, ਜਿਹੜੀ ਮਾਂ ਦੇ ਪੇਟ ਦੀ ਅੱਗ ਹੈ। ਇਤਿਆਦਿਕ ਜਿਹੜੀਆਂ ਅੱਗਾਂ ਵਿੱਚ ਤੇਜ ਹੈ, ਉਹ ਜਿਹੜੀ ਤਪਸ਼ ਹੈ, ਜਿਹੜਾ ਸੇਕ ਹੈ, ਗਰਮੀ ਹੈ, ਉਹ ਗਰਮ ਅੱਗ ਵਿੱਚ ਜਿਹੜੀ ਗਰਮੀ ਹੈ, ਤੇਜ ਹੈ, ਪ੍ਰਕਾਸ਼ ਹੈ। ਅੱਗ ਪ੍ਰਕਾਸ਼ ਵਾਲੀ ਵੀ ਹੈ, ਸੇਕ ਵਾਲੀ ਵੀ। ਉਹ ਸੇਕ ਤੇਜ ਪ੍ਰਕਾਸ਼ ਤੁਸੀਂ ਆਪ ਹੀ ਹੋ ਕੇ ਫਬ ਰਹੇ ਹੋ ਅੱਗ ਵਿੱਚ। ਸਮੁੰਦਰ ਮੈਂ ਗੰਭੀਰਤਾ, ਸਮੁੰਦਰ ਵਿੱਚ ਜਿਹੜੀ ਗੰਭੀਰਤਾ ਡੂੰਘਿਆਈ ਹੈ, ਉਹ ਡੂੰਘਿਆਈ ਅਥਾਹ ਪੁਣਾ ਹੋ ਕੇ ਤੁਸੀਂ ਆਪ ਹੀ ਫਬ ਰਹੇ ਹੋ ਗੰਭੀਰ ਰੂਪ ਹੋ ਕੇ। ਸੰਤੋਖ ਵਿਪਰ ਬਰਿੰਦ ਜੇ, ਜਿਹੜੇ ਬਰਿੰਦ ਸਾਰੇ ਬ੍ਰਾਹਮਣ ਹੈ, ਜਿਹੜੇ ਬ੍ਰਾਹਮਣਾਂ ਵਿੱਚ ਸੰਤੋਖ ਹੈ, ਉਹ ਸੰਤੋਖ ਤੁਸੀਂ ਆਪ ਹੋ ਕੇ ਫਬ ਰਹੇ। ਅਤੇ ਬ੍ਰਾਹਮਣ ਵੀ ਇਹਨੂੰ ਨਹੀਂ ਕਿਹਾ ਜਾਂਦਾ ਜਿਹੜਾ ਤਿਲਕ ਲਾ ਲੇ, ਧੋਤੀ ਪਾੜੇ, ਜਨੇਊ ਬੰਨ੍ਹ ਲੇ ਪਾ ਲੇ, ਉਹਨੂੰ ਬ੍ਰਾਹਮਣ ਨਹੀਂ ਕਿਹਾ ਜਾਂਦਾ।
ਇਹ ਤੇ ਵੇਦਾਂ ਦੀ ਇਹ ਤੇ ਆਪਣੀ ਸੁਰਤੀ ਹੈ ਕਿ ਜਨਮ ਜਾਏ ਤੇ ਸੂਦਰਾ ਸੰਸਕਾਰੇ ਦੀ ਜੋਤਮਾ ਵੇਦ ਪਾਠੀ ਵਿਪਰਾ ਬ੍ਰਹਮ ਜਨੰਤੀ ਇਤੀ ਬ੍ਰਾਹਮਣਾ। ਕਿ ਜਨਮ ਤੋਂ ਤੇ ਸਾਰੇ ਸ਼ੂਦਰ ਹੀ ਹੈ। ਜਦੋਂ ਉਹਦਾ 10-11 ਸਾਲ ਦੀ ਉਮਰ ਵਿੱਚ ਸੰਸਕਾਰ ਕੀਤਾ ਜਾਂਦਾ ਹੈ ਅਤੇ ਉਹ ਜਿਹੜਾ ਜਨਮ ਸੰਸਕਾਰ ਕੀਤਾ ਜਾਂਦਾ ਉਦੋਂ ਜੋ ਚਿੰਨ੍ਹ ਬਣਾਏ ਜਾਂਦੇ ਜਿਸ ਉਹ ਧਰਮ 'ਚ ਹੋਇਆ ਹੋਵੇ ਜਾਂ ਖੱਤਰੀ ਬ੍ਰਾਹਮਣ ਸੂਦ ਵੈਸ ਵਿੱਚ ਜਦੋਂ ਜਨੇਊ ਪਾ ਲੈਂਦਾ ਹੈ ਉਹ ਮਰਿਆਦਾ ਕਰ ਲੈਂਦਾ ਹੈ ਜਨਮ ਸੰਸਕਾਰ ਦੀ ਤਦੋਂ ਦਿਜੋਤਮਾ ਸੰਸਕਾਰ ਦਿਜੋਤਮਾ ਦਿਜ ਬਣ ਜਾਂਦਾ ਹੈ ਉੱਤਮ। ਵੇਦ ਪਾਠੀ ਵਿਪਰਾ ਜਦੋਂ ਵੇਦਾਂ ਦਾ ਪਾਠੀ ਚੰਗਾ ਬਣ ਜਾਂਦਾ ਵੇਦ ਕੰਠ ਕਰ ਲੈਂਦਾ ਫਿਰ ਵਿਪਰਾ। ਬ੍ਰਹਮ ਜਨੰਤੀ ਇਤੀ ਬ੍ਰਾਹਮਣਾ ਜਿਹੜਾ ਬ੍ਰਹਮ ਪਰਮੇਸ਼ਰ ਨੂੰ ਜਾਣ ਲੈਂਦਾ ਉਹਨੂੰ ਕਹੀਦਾ ਹੈ ਬ੍ਰਾਹਮਣ। ਜਿਵੇਂ ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ ਮਹਾਰਾਜ ਵੀ ਕਹਿੰਦੇ ਉਹ ਬ੍ਰਾਹਮਣ ਜਿਹੜਾ ਬ੍ਰਹਮ ਬਿੰਦੇ ਗਏ ਬ੍ਰਹਮ ਨੂੰ ਜਾਣੇ। ਇਸ ਤਰ੍ਹਾਂ ਜਿਹੜਾ ਵੇਦ ਪਾਠੀ ਸਾਰੇ ਵਿਪਰ ਬ੍ਰਾਹਮਣ ਵੇਦ ਪਾਠੀ ਉਹਨਾਂ ਵਿੱਚ ਜਿਹੜਾ ਸੰਤੋਖ ਹੈ ਸੰਤੋਖ ਹੋ ਕੇ ਤੁਸੀਂ ਫਬ ਰਹੇ ਹੋ ਸੰਤੋਖ ਰੂਪ ਹੋ ਆਪ ਜੀ। ਛਤਰੀ ਨਾ ਬੀਚ ਬੀਰਤਾ ਛਤਰੀ ਜਿਹੜੇ ਹੈ ਛਤਰੀਆਂ ਦੇ ਵਿੱਚ ਜਿਹੜੀ ਬੀਰਤਾ ਸੂਰ ਬੀਰਤਾ ਹੈ ਜਿਹੜੀ ਸੂਰਮਤਾਈ ਹੈ ਉਹ ਛਤਰੀਆਂ ਵਿੱਚ ਸੂਰਮਤਾਈ ਸੂਰ ਬੀਰਤਾ ਰੂਪ ਹੋ ਕੇ ਤੁਸੀਂ ਹੀ ਫਬ ਰਹੇ ਹੋ ਸੱਜ ਰਹੇ ਹੋ। ਮਝਾਰ ਬੈਸ ਬਾਨ ਜੰਗ ਜਿਹੜੇ ਬੈਸ ਹੈ ਖੱਤਰੀ ਬ੍ਰਾਹਮਣ ਸੂਦ ਬੈਸ ਲੋਕ ਵਣਜ ਵਪਾਰ ਕਰਦੇ ਉਹ ਜਿਹੜਾ ਵੈਸ ਵਣਜ ਵਪਾਰ ਕਰਦੇ ਵਣਜ ਰੂਪ ਤੁਸੀਂ ਆਪ ਹੋ ਜੀ। ਸੋ ਸੇਵ ਸ਼ੂਦਰ ਵਾਨਿਅੰ ਜਿਹੜੇ ਸ਼ੂਦਰ ਹੈ ਸ਼ੂਦਰਾਂ ਦਾ ਕੰਮ ਹੈ ਤਿੰਨਾਂ ਖੱਤਰੀ ਬ੍ਰਾਹਮਣ ਵੈਸ ਦੀ ਸੇਵਾ ਕਰਨੀ। ਸ਼ੂਦਰਾਂ ਵਿੱਚ ਜਿਹੜੀ ਸੇਵਾ ਹੈ ਸੇਵਾ ਕਰਨੀ ਜਿਹੜਾ ਸੇਵਾ ਉਹਨਾਂ ਨੂੰ ਬਖਸ਼ੀ ਹੈ ਜਿਹੜਾ ਵੈਸਾਂ ਦਾ ਸ਼ੂਦਰਾਂ ਦਾ ਕੰਮ ਹੈ ਸੇਵਾ ਕਰਨੀ ਉਹ ਸੇਵਾ ਰੂਪ ਤੁਸੀਂ ਆਪ ਹੋ ਜੀ। ਭਿਖਾਰ ਮਾਹੇ ਜਾਚਨਾ ਭਿਖਾਰੀਆਂ ਵਿੱਚ ਜਿਹੜੀ ਕੋਈ ਮੰਗ ਹੈ ਮੰਗਣਾ ਹੈ ਭਿਖਾਰੀਆਂ ਦਾ ਜਿਹੜਾ ਮੰਗਣਾ ਉਹ ਮੰਗ ਰੂਪ ਤੁਸੀਂ ਆਪ ਹੋ ਜੀ। ਦਤਾਰ ਮਾਹੇ ਦਾਨਿਅੰ ਦਾਤਿਆਂ ਵਿੱਚ ਜਿਹੜੇ ਦਾਤਾਰ ਦਾਤਾਂ ਦੇਣ ਵਾਲੇ ਦਾਨ ਪੁੰਨ ਲੋਕਾਂ ਨੂੰ ਕਰਦੇ ਉਹ ਜਿਹੜਾ ਦਾਨ ਹੈ ਜਿਹੜੀ ਮੰਗ ਉਹ ਵੀ ਤੁਸੀਂ ਹੋ ਭਿਖਾਰੀਆਂ ਪਾਸੋਂ ਜਿਹੜਾ ਮੰਗਣਾ ਉਹ ਮੰਗ ਤੁਸੀਂ ਹੋ। ਅਤੇ ਜਿਹੜਾ ਦਾਤਾਂ ਦੇਣ ਵਾਲਾ ਦਾਨੀ ਕੋਈ ਹੈ ਅਤੇ ਜਿਹੜਾ ਦਾਨ ਉਹ ਗਾਂਹ ਚੀਜ਼ ਦਿੰਦਾ ਨਾ ਕਿਸੇ ਦੇ ਹੱਥ 'ਚੋਂ ਫੜ ਕੇ ਦੂਜੇ ਹੱਥ 'ਚ ਕਰਦਾ ਆਪਣੀ ਚੀਜ਼ ਕਿਸੇ ਦੇ ਹੱਥ 'ਚ ਰੱਖਦਾ ਉਹ ਜਿਹੜਾ ਦਾਨ ਹੈ ਉਹ ਦਾਨ ਰੂਪ ਆਪ ਜੀ ਹੋ ਭਾਵ ਆਪ ਦਾਨ ਸਰੂਪ ਹੋ ਜੀ। ਨਰੇਸ਼ ਮੈਂ ਨਰੇਸ਼ਤਾ ਰਾਜਿਆਂ ਕੋਲ ਜਿਹੜਾ ਰਾਜ ਭਾਗ ਹੈ ਜਿਹਦੇ ਕਰਕੇ ਉਹ ਸੁਖੀ ਰਹਿੰਦੇ ਜਿਹਦੇ ਕਰਕੇ ਹੰਕਾਰੀ ਹੋ ਜਾਂਦੇ ਜਿਹਦੇ ਕਰਕੇ ਉਹ ਆਪਣੇ ਨੂੰ ਵੱਡਾ ਕਹਿੰਦੇ ਰਾਜ ਭਾਗ ਕਰਕੇ ਇਹ ਨਾ ਸਭ ਕੁਝ ਰਾਜਿਆਂ ਦਾ ਉਹ ਰਾਜ ਰੂਪ ਆਪ ਜੀ ਹੋ। ਸੋ ਰੰਕ ਮਾਹੇ ਰੰਕਤਾ ਕੰਗਾਲਾਂ ਵਿੱਚ ਜਿਹੜੀ ਗਰੀਬੀ ਜਿਹੜੇ ਕੰਗਾਲ ਲੋਕ ਅਤੇ ਗਰੀਬੀ ਹੈ ਉਹਨਾਂ ਅੰਦਰ ਉਹ ਗਰੀਬੀ ਜਿਹੜੀ ਹੈ ਮਾਰੋ ਤੁਹਾਡਾ ਰੂਪ ਹੈ ਜਿਹੜੇ ਕੰਗਾਲਾਂ ਵਿੱਚ ਗਰੀਬੀ ਹੈ ਉਹ ਗਰੀਬੀ ਰੂਪ ਹੋ ਕੇ ਆਪ ਸੱਜਦੇ ਹੋ ਭਾਵ ਆਪ ਗਰੀਬੀ ਰੂਪ ਹੋ ਜੀ। ਸਥਾਵਰੋ ਸਥਿਰਤਾ ਸਥਾਵਰ ਕਹੀਏ ਜਿਹੜੇ ਨਾ ਟੁਰਨ ਵਾਲੇ ਉਹਨਾਂ ਨਾ ਟੁਰਨ ਵਾਲਿਆਂ ਪੱਥਰ ਬ੍ਰਿਸ਼ ਜਿਹੜੇ ਇੱਕ ਥਾਂ ਟਿਕੇ ਹੋਏ ਹੈ ਉਹਨਾਂ ਵਿੱਚ ਜਿਹੜਾ ਟਿਕਾ ਹੈ ਜਿਹੜੇ ਉਹਨਾਂ ਦਾ ਟਿਕਣਾ ਨਾ ਵੀ ਇੱਕ ਥਾਂ ਟਿਕੇ ਹੋਏ ਉਂਝ ਤੇ ਜੇ ਤੁਹਾਡੇ ਉਹਦੇ ਵਿੱਚ ਤੁਸੀਂ ਨਾ ਵਰਤੋ ਤਾਂ ਹੋ ਸਕਦਾ ਪੱਥਰ ਬ੍ਰਿਸ਼ ਤੁਰ ਕੇ ਗਾਂਹ ਪਛਾਂ ਚੱਲਣ ਫਿਰਨ ਲੱਗ ਪੈਣ। ਉਹ ਜਿਹੜਾ ਉਹਨਾਂ ਨੂੰ ਐਸਾ ਟਿਕਾ ਬਖਸ਼ਿਆ ਵੀ ਉੱਥੇ ਟਿਕੇ ਰਹਿਣਾ ਉਹ ਟਿਕਾਓ ਰੂਪ ਵੀ ਆਪ ਜੀ ਹੀ ਹੋ ਜੀ। ਚਰੀ ਵਿਖਾ ਚਰੰਤਤਾ ਚਰੀ ਕਹੀਏ ਜਿਵੇਂ ਚਰ ਅਤੇ ਅਚਰ ਹੁੰਦੇ ਚੱਲਣ ਵਾਲੇ ਇਹ ਚਰੀ ਲਿਖਿਆ ਇਸ ਤਰ੍ਹਾਂ ਚਰੀ ਕਹੀਏ ਜਿਹੜੇ ਚੱਲਣ ਵਾਲਿਆਂ ਵਿੱਚ ਜਿਹੜੀ ਚਾਲ ਹੈ ਜਿਹੜੇ ਉਹ ਗਾਂਹ ਨੂੰ ਤੁਰ ਪੈਂਦੇ ਹੈ
ਉਹ ਜਿਹੜੀ ਸ਼ਕਤੀ ਹੈ ਗਾਂਹ ਨੂੰ ਚੱਲਣ ਵਾਲੀ ਝਾਲ ਹੈ, ਉਹ ਝਾਲ ਰੂਪ ਜੀ ਆਪ ਹੋ। ਭਾਵ ਚੱਲਣ ਵਾਲੇ ਦੇ ਕੁਝ ਵਸ ਨਹੀਂ, ਉਹ ਤਾਂ ਉੱਥੇ ਹੀ ਖੜੇ ਆ। ਜਿਹੜੇ ਉਹ ਗਾਂਹ ਪਛਾਂਝ ਹੋ ਜਾਂਦੇ ਉਹ ਝਾਲ ਰੂਪ ਤੁਸੀਂ ਆਪ ਹੋ ਜੀ। ਕਿਰਪਾਲ ਮੈਂ ਦਇਆ ਸਰੂਪ। ਜਿਹੜੀ ਕਿਰਪਾਲ ਹੈ, ਕਿਰਪਾਲਤਾ, ਦਿਆਲੂ ਕਿਰਪਾਲੂ ਸੁਭਾਅ ਹੋਣਾ, ਇਸ ਕਿਰਪਾ ਵਿੱਚ, ਕਿਰਪਾਲੂ ਵਿੱਚ ਜਿਹੜਾ ਦਿਆਲੂ ਕਿਰਪਾਲੂ ਸੁਭਾਅ ਹੈ ਨਾ, ਜਿਹੜੀ ਕਿਸੇ ਵਿੱਚ ਕਿਰਪਾ ਹੈ, ਤਰਸ ਹੈ, ਦਇਆ ਹੈ, ਉਹ ਦਇਆ ਸਰੂਪ ਤੁਸੀਂ ਹੋ ਜੀ। ਕਰੂਰ ਮੈਂ ਸੋ ਕਰੂਰਤਾ। ਕਰੂਰ ਮੈਂ ਹੈ ਜੋ ਕਠੋਰ ਹੈ, ਬੜਾ ਕਰੜਾ ਸਖਤ ਹੈ। ਸਖਤ ਵਿੱਚ ਜਿਹੜੀ ਸਖਤਤਾਈ ਹੈ, ਕਰੂਰਤਾਈ ਹੈ, ਕਰੜਾਈ ਹੈ, ਸਖਤ ਪੁਣਾ, ਉਹ ਸਖਤ ਪੁਣਾ ਤੁਸੀਂ ਆਪ ਹੋ। ਕਰੂਰਾਂ ਵਿੱਚੋਂ ਕਰੂਰ ਤੁਸੀਂ ਆਪ ਮਹਾਨ ਹੋ। ਕਿ ਊਨ ਮਾਹੇ ਊਨਤਾ। ਊਣਿਆਂ ਵਿੱਚ ਜਿਹੜੀ ਊਣਤਾ ਹੈ, ਜਿਵੇਂ ਕੋਈ ਕਹਿੰਦੇ ਫਲਾਣਾ ਬੰਦੇ ਬੜਾ ਇਹ ਨਾ ਊਣਾ ਹੈ, ਇਹਨੂੰ ਕੋਈ ਨਹੀਂ ਪਤਾ। ਜਿਹੜਾ ਊਣ ਹੈ, ਊਣਾ ਹੈ, ਊਣਤਾ ਵਿੱਚ ਜਿਹੜੀ ਮਹਾਨ ਊਣਤਾ, ਜਿਹੜੀ ਅੰਦਰ ਊਣਤਾ ਦਾ ਲੱਛਣ, ਉਹ ਊਣਤਾ ਦਾ ਲੱਛਣ ਤੁਸੀਂ ਆਪ ਹੋ ਕੇ ਜੀ ਫਬ ਰਹੇ ਹੋ। ਸੰਪੂਰਨਮ ਸਪੂਰਤਾ। ਸੰਪੂਰਨ, ਜਿਹਨੂੰ ਮੁਕੰਮਲ ਤੌਰ 'ਤੇ ਪੂਰਨ ਕਿਹਾ ਜਾਂਦਾ ਹੈ। ਜਿਹੜੀ ਪੂਰਨ, ਸੰਪੂਰਨ ਵਿੱਚ ਜਿਹੜੀ ਪੂਰਨਤਾ ਹੈ, ਜਿਹੜਾ ਕੋਈ ਪੂਰਾ ਹੋ ਜਾਣਾ ਹੈ, ਉਹ ਪੂਰਨਤਾ ਰੂਪ ਵੀ ਤੁਸੀਂ ਆਪ ਹੋ ਜੀ। ਸਮੂਹ ਮੈਂ ਸਮੂਹ ਰੂਪ। ਸਮੂਹ ਕਹੀਏ ਸਾਰਿਆਂ ਵਿੱਚ, ਸਮੂਹ ਰੂਪ, ਜਿਹੜੇ ਸਾਰਿਆਂ ਵਿੱਚ ਸਾਰੇ ਹੈ। ਜਿਵੇਂ ਜਾਂ ਕਿੰਨੇ ਜਾਣੇ ਇਕੱਠੇ ਹੋਏ ਹੈ, ਉਹਨਾਂ ਵਿੱਚ ਜਿਹੜਾ ਸਾਰਾਪਨ ਹੈ ਨਾ ਦਿਖ ਰਿਹਾ ਵੀ ਆ ਸਾਰੇ ਆ ਗਏ, ਉਹ ਸਾਰਿਆਂ ਦੇ ਵਿੱਚ ਸਾਰਾਪਨ ਤੁਹਾਡਾ ਹੀ ਹੈ। ਉਹ ਤੁਸੀਂ ਹੀ ਸਾਰਾਪਨ ਰੂਪ ਹੋ ਕੇ ਸਜ ਧਜ ਰਹੇ ਹੋ, ਫਬ ਰਹੇ ਹੋ ਜੀ। ਬੀਜ ਬੀਜ ਬੀਜਤਾ। ਬੀਜ ਵਿੱਚ ਜਿਹੜੀ ਬੀਜਤਾਈ ਹੈ, ਪੁੰਗਰਨ ਪੁਣਾ। ਬੀਜ ਦੀ ਕੀ ਸ਼ਕਤੀ ਹੈ ਵੀ ਆਪਣੇ ਆਪ ਪੁੰਗਰ ਜਾਵੇ। ਜਿਹੜਾ ਉਹ 'ਚ ਪੁੰਗਰ ਰੂਪ ਸ਼ਕਤੀ ਹੈ, ਜਿਹੜਾ ਉਹ ਪੁੰਗਰ ਪੈਂਦਾ ਹੈ, ਉਹ ਪੁੰਗਰ ਰੂਪ, ਉਹਦੇ ਫੁੱਟਣ ਰੂਪ ਜਿਹੜੀ ਸ਼ਕਤੀ ਹੈ, ਉਹ ਤੁਸੀਂ ਆਪ ਹੀ ਹੋ ਜੀ। ਸਰੋਸ ਮਾਹੇ ਰੋਸਤਾ। ਗੁੱਸਿਆਲਾ ਵਿੱਚ, ਗੁੱਸਿਆਂ ਵਿੱਚ ਤੁਸੀਂ ਗੁੱਸਾ ਰੂਪ ਹੋ। ਜਿਹੜੇ ਬੜੇ ਗੁੱਸਾਖੋਰਾ ਜਿਹਨੂੰ ਕਹਿੰਦੇ ਆ, ਉਹ ਬੰਦਾ ਕੋਈ ਗੁੱਸਾਖੋਰਾ ਨਹੀਂ, ਉਹ ਜੀਵ ਕੋਈ ਪੰਛੀ ਜੀਵ ਜੰਤੂ ਕੋਈ ਗੁੱਸਾਖੋਰਾ ਨਹੀਂ, ਉਹ ਤਾਂ ਉੱਦਾਂ ਹੀ ਹੈ। ਉਹ ਤਾਂ ਇਵੇਂ ਜੇ ਬੁੱਤ ਖਿਲਾ ਰਿਹਾ ਹੋਵੇ ਅਤੇ ਜਾਂ ਕੋਈ ਲੋਹੇ ਦੀ ਕੋਈ ਮਨੁੱਖ ਬਣਾ ਦੇ ਅਤੇ ਉਹਨੂੰ ਕੋਈ ਕਰੰਟ ਲਾ ਦੇ, ਉਹਦੇ 'ਚ ਕਰੰਟ ਆਈ ਜਾਂਦਾ, ਫਿਰ ਸਭ ਨੂੰ ਚੁੱਕ ਚੁੱਕ ਮਾਰਦਾ। ਇਵੇਂ ਜੀਵ ਕੁਝ ਨਹੀਂ, ਜੀਵ ਵਿਚਾਰਾ ਜੜ ਹੈ। ਗੁੱਸਿਆਂ ਵਿੱਚ ਜਿਹੜਾ ਗੁੱਸਾ ਹੈ, ਗੁੱਸਾ ਜਿਹਨੂੰ ਕਹਿੰਦੇ ਵੀ ਇਹਦੇ 'ਚ ਅੰਦਰ ਬੜਾ ਗੁੱਸਾ, ਉਹ ਗੁੱਸਾ ਰੂਪ ਤੁਸੀਂ ਹੋ ਜੀ। ਪਰਸੀਜ ਮੈਂ ਪਰਸੀਜਤਾ। ਪ੍ਰਸੰਨ, ਜਿਹੜੇ ਪ੍ਰਸੰਨ ਲੋਕ ਹੁੰਦੇ, ਬੜੇ ਪ੍ਰਸੰਨ ਖੁਸ਼ ਰਹਿੰਦੇ, ਉਹਨਾਂ ਪ੍ਰਸੰਨਤਾ ਲੋਕਾਂ ਵਿੱਚ ਜਿਹੜੀ ਪ੍ਰਸੰਨਤਾ ਹੈ, ਖੁਸ਼ੀ ਹੈ, ਉਹ ਖੁਸ਼ੀ ਤੁਸੀਂ ਹੋ। ਪ੍ਰਸੰਨ ਵਿੱਚ ਪ੍ਰਸੰਨਤਾ ਰੂਪ ਮਹਾਨ ਤੁਸੀਂ ਆਪ ਹੋ ਜੀ। ਤਪੀ ਬਿਖਾ ਤਪੰਤਤਾ। ਤਾਪੀ, ਜਿਹੜੇ ਤਪ ਕਰਨ ਵਾਲਿਆਂ ਵਿੱਚ ਜਿਹੜੀ ਤਪੱਸਿਆ ਹੈ, ਤਪੱਸਿਆ ਦਾ ਚਿੰਨ੍ਹ ਹੈ, ਉਹ ਤਪੱਸਿਆ ਤੁਸੀਂ ਆਪ ਹੀ ਹੋ ਜੀ। ਪ੍ਰਕਾਸ਼ ਮੈਂ ਪ੍ਰਕਾਸ਼ਤਾ। ਪ੍ਰਕਾਸ਼ ਵਿੱਚ ਤੁਹਾਡਾ ਹੀ ਪ੍ਰਕਾਸ਼ ਹੈ। ਪ੍ਰਕਾਸ਼ ਮੈਂ ਪ੍ਰਕਾਸ਼ਤਾ। ਭਾਵ ਜਿਹੜੀ ਪ੍ਰਕਾਸ਼ ਵਾਲੀਆਂ ਚੀਜ਼ਾਂ, ਜਿੰਨੇ ਜੀਵਾਂ ਦੀ ਬੁੱਧੀ ਹੈ, ਉਹ ਤੁਹਾਡੇ ਪ੍ਰਕਾਸ਼ ਕਰਕੇ ਪ੍ਰਕਾਸ਼ਤਾ ਦੇ ਵਿੱਚ ਹੋ ਰਹੀ ਹੈ। ਸੂਰਜ ਵੀ ਵਿਚਾਰਾ ਕਾਲਾ ਹੀ ਹੈ, ਚੰਦਰਮਾ ਵੀ ਵਿਚਾਰਾ ਕਾਲਾ ਹੀ ਹੈ। ਜਿਹੜੀਆਂ ਉਹਨਾਂ ਵਿੱਚ ਰੋਸ਼ਨੀਆਂ, ਜੁਗਣੂ ਵਿੱਚ ਜਿਹੜੀ ਬੱਤੀ ਛੋਟੀ ਜਿਹੀ ਜਗਦੀ ਹੈ, ਇਸੇ ਤਰ੍ਹਾਂ ਜਿਹੜੀ ਬਿਜਲੀ ਵਿੱਚ ਬੱਤੀ ਹੈ, ਪ੍ਰਕਾਸ਼ ਹੈ। ਅੱਗ ਵਿੱਚ ਜਿਹੜਾ ਚਾਨਣ ਪ੍ਰਕਾਸ਼ ਹੈ। ਇੱਥੇ ਜਿਹੜਾ ਅੱਜ ਕੱਲ੍ਹ ਦੁਨਿਆਵੀ ਜਿਹੜੀ ਸਾਇੰਸ ਨੇ ਬਣਾਈ ਹੈ ਬੱਤੀ, ਬੱਤੀ ਵਿੱਚ ਜਿਹੜਾ ਆ ਪ੍ਰਕਾਸ਼ ਹੁਣ ਹੋ ਰਿਹਾ ਹੈ, ਇਹ ਸਭ ਪ੍ਰਕਾਸ਼ਾਂ ਵਾਲਿਆਂ ਵਿੱਚ ਵੀ ਤੁਹਾਡੀ ਹੀ ਪ੍ਰਕਾਸ਼ਤਾ ਹੈ।
ਭਾਵ ਜਿਹੜਾ ਪ੍ਰਕਾਸ਼ ਉਹ ਤੁਸੀਂ ਹੀ, ਤੁਹਾਡਾ ਹੀ ਸਰੂਪ ਹੈ, ਤੁਸੀਂ ਆਪ ਹੀ ਹੋ ਜੀ। ਜੇ ਤਤ ਗਿਆਤ ਮਾਨਵੰ, ਜਿਹੜੇ ਤਤ ਗਿਆਨ ਵਾਲੇ ਮਨੁੱਖ ਹੈ, ਜਿਹੜੇ ਯਥਾਰਥ ਗਿਆਨ ਵਾਲੇ ਮਨੁੱਖ ਹੈ, ਬ੍ਰਹਮ ਗਿਆਨ ਵਾਲੇ ਮਨੁੱਖ ਹਨ, ਬ੍ਰਹਮ ਗਿਆਨੀ ਸੰਤ ਮਹਾਤਮਾ। ਸੋ ਤਾਹੇ ਐਸ ਭਾਸਤਾ, ਮਹਾ ਇਹ 33 ਕਰੋੜ ਦੇਵਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਉਹਨਾਂ ਨੂੰ ਇਉਂ ਭਾਸਦਾ ਹੈ, ਉਹਨਾਂ ਨੂੰ ਐਵੇਂ ਪ੍ਰਤੀਤ ਹੁੰਦਾ ਹੈ ਵੀ ਇਹ ਸਾਰਿਆਂ ਵਿੱਚ ਜੋ ਕੁਝ ਵੀ ਹੈ ਨਾ ਉਹ ਤੁਸੀਂ ਆਪ ਹੀ ਹੋ। ਭਾਵ ਤੁਸੀਂ ਪਰਮੇਸ਼ਰ ਰੂਪ ਹੋ ਅਤੇ ਪਰਮੇਸ਼ਰ ਸਾਰੇ ਪਾਸੇ ਵਿਆਪਕ ਹੀ ਹੈ। ਆਪ ਜੀ ਸਾਰੇ ਪਾਸੇ ਵਿਆਪਕ ਹੀ ਹੋ। ਕੋਈ ਵੀ ਥਾਂ, ਕੋਈ ਵੀ ਐਸਾ ਜਗ੍ਹਾ ਨਹੀਂ ਹੈ ਜਿੱਥੇ ਊਣਤਾ ਹੀ ਰਹਿ ਜੇ। ਸਰਬ ਥਾਂ ਤੁਸੀਂ ਆਪ ਹੀ ਹੋ ਜੀ। ਪ੍ਰਭੂ ਸਮਸਤ ਲੋਕ ਕੇ, ਸਾਰੇ ਲੋਕ ਜਿਵੇਂ 14 ਲੋਕ ਮੰਨੇ, 7 ਪਤਾਲ 7 ਆਕਾਸ਼, ਇਹਦੇ ਇੱਕ ਬ੍ਰਹਿਮੰਡ 'ਚ ਹੈ। ਹੁਣ ਕਈ ਕਰੋੜਾਂ ਬ੍ਰਹਿਮੰਡ ਹੈ ਪਰਮਾਤਮਾ ਦੇ ਇੱਕ ਰੂਮ ਵਿੱਚ। ਬੇਅੰਤੀ ਗਿਣਤੀ ਮਿਣਤੀ ਕੋਈ ਨਹੀਂ, ਸਾਡੇ ਮੁੱਖ ਤੋਂ ਕਹਿ ਨਹੀਂ ਜਾ ਸਕਦੇ। ਇਵੇਂ ਸਾਰੇ ਲੋਕਾਂ ਦੇ ਤੁਸੀਂ ਪ੍ਰਭੂ ਮਾਲਕ ਹੋ, ਵੱਡੇ ਸਰਬ ਜੀਆਂ ਕਾ ਦਾਤਾਰੇ, ਕੋਟ ਬ੍ਰਹਿਮੰਡ ਕੋ ਠਾਕਰ ਸੁਆਮੀ ਹੋ ਜੀ। ਸਮਸਤ ਕੇਰ ਕਾਰਣੰ, ਫਿਰ ਸਾਰਿਆਂ ਦੇ ਤੁਸੀਂ ਕਾਰਨ ਰੂਪ ਹੋ। ਜਿੰਨਾ ਹੀ ਬ੍ਰਹਿਮੰਡ ਇਹ ਕਾਰਜ ਹੈ ਤੁਹਾਡਾ, ਤੁਸੀਂ ਹੋ ਕਾਰਨ ਰੂਪ ਸਭ ਦੇ। ਤੁਹਾਡੇ ਕਰਕੇ ਬ੍ਰਹਿਮੰਡ ਬਣਿਆ ਹੈ, ਪਰ ਤੁਹਾਡਾ ਕੋਈ ਕਾਰਨ ਨਹੀਂ, ਤੁਸੀਂ ਆਪ ਅਕਾਰਨ ਹੋ ਜੀ। ਸਮਸਤ ਕੋ ਸਮਾਰ ਕੈ, ਸਾਰਿਆਂ ਨੂੰ ਆਪ ਚੰਗੀ ਤਰ੍ਹਾਂ ਪੈਦਾ ਕਰਕੇ ਸੰਭਾਲ ਕੇ, ਕਰੰਤ ਪ੍ਰਤ ਪਾਰਣੰ, ਫਿਰ ਸਭ ਦੀ ਆਪ ਹੀ ਪਾਲਣਾ ਕਰਦੇ ਹੋ। ਕਿਸੇ ਦੇ ਮਾਂ ਪਿਓ ਰੂਪ ਹੋ ਕੇ, ਕਿਤੇ ਅਮੀਰ ਹੋ ਕੇ, ਕਿਤੇ ਸੰਤ ਮਹਾਤਮਾ ਹੋ ਕੇ, ਸਭ ਤਰ੍ਹਾਂ ਨਾਲ ਜਿਹੜੀ ਕਿਸੇ ਨੂੰ ਆਪਾਂ ਕਈ ਢੰਗ ਨਾਲ ਪਾਲ ਰਹੇ ਹਾਂ, ਇਹ ਸਭ ਪਰਮੇਸ਼ਰ ਹੀ ਪਾਲ ਰਿਹਾ ਹੈ। ਉਹਦੇ ਬਿਨਾਂ ਕੁਝ ਨਹੀਂ ਹੈ ਭਾਈ। ਸਮਸਤ ਕੇ ਸੰਘਾਰਕੰ, ਫਿਰ ਮਹਾਰਾਜ ਜੀ ਆਪ ਸਾਰਿਆਂ ਦੇ ਸੰਘਾਰਕੰ ਕਹੀਏ, ਸਭ ਨੂੰ ਹੀ ਸੰਘਾਰ ਕਰਨ ਵਾਲੇ ਉਹ ਨਾਸ ਕਰਤਾ ਹੋ। ਸਮਾਨ ਕੋਇ ਔਰ ਨਾ, ਆਪ ਜੀ ਦੇ ਸਮਾਨ ਤੁਲ ਹੋਰ ਕੋਈ ਐਸਾ ਬਲੀ ਨਹੀਂ ਹੈ, ਕਿੰਨੀ ਕਿਹ 'ਚ ਐਸੀ ਸ਼ਕਤੀ ਨਹੀਂ ਹੈ। ਆਪ ਜੀ ਦੇ ਐਸੇ ਮਹਾਨ ਹੋ, ਕੋਟ ਬਿਸ਼ਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮੇਸ ਪਾਏ ਸਮਾਏ, ਕੋਟ ਬ੍ਰਹਮੇ ਜਗ ਸਾਜਨ ਲਾਏ। ਐਸਾ ਧਣੀ ਗੋਬਿੰਦ ਹਮਾਰਾ, ਵਰਨ ਨਾ ਸਾਕੋ ਗੁਣ ਵਿਸਥਾਰਾ। ਇੰਨੇ ਤੁਸੀਂ ਵੱਡੇ ਹੋ ਜੀ। ਜਹਾਂ ਤਹਾਂ ਬਿਰਾਜਤੇ, ਗੱਲ ਕੀ ਪਰਮੇਸ਼ਰ ਰੂਪ ਗੁਰੂ ਨਾਨਕ ਸਾਹਿਬ ਜੀ, ਜਿੱਥੇ ਕਿੱਥੇ ਵੀ ਤੁਸੀਂ ਬਿਰਾਜ ਰਹੇ ਹੋ, ਸੱਜ ਧਜ ਰਹੇ ਹੋ। ਕਹੂੰ ਕਉਣ ਠੌਰ ਨਾ, ਕਿਤੇ ਵੀ ਜਿਹੜੀ ਹੈ ਮਹਾਰਾਜ ਊਣੀ ਥਾਂ ਨਹੀਂ ਹੈ ਤੁਹਾਡੇ ਤੋਂ ਬਿਨਾਂ। ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਵਿਦਿਆਰਥੀਆਂ ਨੂੰ ਦੱਸਿਆ ਕਰਦੇ ਸਨ ਕਿ ਪਰਮੇਸ਼ਰ ਇੰਨੀ ਉਹਦੀ ਵਿਆਪਕਤਾ ਵੀ ਜਿਵੇਂ ਸੂਈ ਦਾ ਨੱਕਾ ਹੁੰਦਾ ਨਾ, ਬੜਾ ਬਰੀਕ, ਅਤੇ ਉਹ ਕਿਤੇ ਕਿੰਨਾ ਕੁ ਥਾਂ ਹੁੰਦਾ ਜਿਹਦੀ ਧਾਗਾ ਕੱਢੀ ਨਾ। ਕਹਿੰਦੇ ਇੰਨਾ ਥਾਂ ਵੀ ਖਾਲੀ ਨਹੀਂ ਹੈ ਪਰਮੇਸ਼ਰ ਤੋਂ ਬਿਨਾਂ, ਇੰਨਾ ਥਾਂ ਵੀ ਹੋਣਾ ਨਹੀਂ ਨਾ ਪਰਮਾਤਮਾ ਵਿਆਪਕ ਹੈ। ਅਤੇ ਜਿਹੜੇ ਹੋਰ ਮਹਾਂਪੁਰਖ ਹੈ, ਨਿਰਮਲੇ ਸੰਤ ਸਾਧ, ਜਿਨ੍ਹਾਂ ਨੇ ਵਿਦਾਂਤ ਬਹੁਤ ਪੜ੍ਹਿਆ ਹੋਇਆ, ਉਹ ਇਹ ਕਹਿੰਦੇ ਹੈ ਕਿ ਆਕਾਸ਼ ਦੀ ਇੰਨੀ ਸੂਖਮਤਾਈ ਹੈ, ਇੰਨੀ ਸੂਖਮਤਾਈ ਹੈ। ਹੁਣ ਖਾਲੀ ਥਾਂ ਵੇਖੋ, ਸਾਰੇ ਥਾਂ ਹੀ ਹੈ। ਆਹ ਖਾਲੀ ਥਾਂ 'ਚ ਅਸੀਂ ਤੁਰੇ ਫਿਰਦੇ, ਇਹ ਖਾਲੀ ਥਾਂ ਨੂੰ ਕਿਹਾ ਜਾਂਦਾ ਆਕਾਸ਼ ਹੈ। ਆਹ ਜਿਹੜਾ ਹੁਣ ਸਾਹਮਣੇ ਜਿਵੇਂ ਕੰਧ 'ਤੇ ਪਲਸਤਰ ਕੀਤਾ ਹੈ, ਪੱਥਰ ਚਾੜਿਆ, ਕਈ ਕੁਝ ਇਹਨੂੰ ਕੀਤਾ ਹੈ, ਅਤੇ ਉਹ ਹੁਣ ਸਾਨੂੰ ਕਿਤੇ ਖਾਲੀ ਥਾਂ ਨਹੀਂ ਦਿਖ ਰਿਹਾ ਵੀ ਖਾਲੀ ਥਾਂ ਹੈਗਾ। ਪਰ ਹੁਣੇ ਤੁਸੀਂ ਭਾਵੇਂ ਡਰਿੱਲ ਮਾਰ ਲਓ, ਕੋਈ ਕਿੱਲ ਮਾਰ ਲਓ, ਅਤੇ ਉਸੇ ਵੇਲੇ 'ਚ ਖੁੱਭ ਜਾਏਗਾ। ਉਹ ਖਾਲੀ ਥਾਂ ਹੈਗਾ, ਥਾਂ ਮਿਲ ਗਈ ਅਤੇ ਤਾਂ ਹੀ ਹੈ ਨਾ। ਇੰਨੀ ਸੂਖਮਤਾਈ ਹੈ। ਅਤੇ ਪਰ ਕਹਿੰਦੇ ਜੋ ਪਰਮੇਸ਼ਰ ਦੀ ਸੂਖਮਤਾਈ ਇੰਨੀ ਹੈ ਕਿ ਜਿਹੜਾ ਹੈ ਆਕਾਸ਼, ਵੇਖੋ ਕਿੰਨਾ ਬਰੀਕ ਹੈ, ਸਾਨੂੰ ਸਭ ਥਾਂ ਖਾਲੀ ਥਾਂ ਹੀ ਨਜ਼ਰ ਹੀ ਆ ਰਿਹਾ।
ਇਹ ਵੀ ਸਮੇਰ ਪਰਬਤ ਹੈ ਪਰਮੇਸ਼ਰ ਦੀ ਸੂਖਮਤਾਈ ਦੇ ਅੱਗੇ। ਇੰਨੀ ਬਰੀਕਤਾਈ ਕਿ ਇੰਨਾ ਆਕਾਸ਼ ਬਰੀਕ, ਅਤੇ ਇਹ ਆਕਾਸ਼ ਵੀ ਕਹਿੰਦੇ ਸਮੇਰ ਪਰਬਤ ਜੋ ਸਭ ਤੋਂ ਵੱਡਾ ਪਰਬਤ ਇੰਨਾ ਵੱਡਾ ਹੈ ਪਰਮੇਸ਼ਰ ਦੀ ਸੂਖਮਤਾ ਅੱਗੇ। ਇੰਨੀ ਪਰਮਾਤਮਾ ਦੀ ਵਿਆਪਕਤਾ। ਅਤੇ ਸਾਡੇ ਲੋਕਾਂ ਦਾ ਸਾਡਾ ਰੌਲਾ ਇਹ ਹੈ ਵੀ ਸਾਨੂੰ ਰੱਬ ਦਿਸਦਾ ਨਹੀਂ, ਸਾਨੂੰ ਰੱਬ ਦਿਸਦਾ ਨਹੀਂ। ਉਹਦੇ ਸੂਖਮ ਹੀ ਇੰਨਾ ਅੱਜ ਤੱਕ ਸਾਨੂੰ ਲੋਕਾਂ ਨੂੰ ਮਨ ਹੀ ਨਹੀਂ ਆਪਣਾ ਲੱਭਾ, ਬੁੱਧੀ ਨਹੀਂ ਸਾਨੂੰ ਲੱਭੀ, ਸਾਨੂੰ ਬਿਰਤੀ ਆਪਣੀ ਨਹੀਂ ਦਿਖਦੀ ਜਿਹੜੀ ਬਾਹਰ ਨਿਕਲ ਕੇ ਅਤੇ ਇੱਥੇ ਆ ਸਾਹਮਣੇ ਚੀਜ਼ਾਂ ਦੇ ਪੈ ਰਹੀ ਹੈ। ਅਤੇ ਪਰਮੇਸ਼ਰ ਦੀ ਤਾਂ ਗੱਲ ਹੀ ਬੜੀ ਗਾਂਹ ਦੀ। ਇਵੇਂ ਮਹਾਰਾਜ ਕੋਈ ਵੀ ਥਾਂ ਕਿਤੇ ਊਣੀ ਨਹੀਂ ਹੈ, ਖਾਲੀ ਨਹੀਂ। ਜਿੱਥੇ ਕਿੱਥੇ ਵੀ ਆਪ ਹੀ ਬਿਰਾਜ ਰਹੇ ਹੋ, ਆਪ ਹੀ ਵਿਆਪਕ ਹੋ। ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਹੀ ਹੈ। ਸਮਸਤ ਬੀਚ ਤੂੰ ਬਸੈ, ਸਾਰਿਆਂ ਵਿੱਚ ਹੀ ਮਹਾਰਾਜ ਤੁਸੀਂ ਵਸ ਰਹੇ ਹੋ। ਆ ਜਲ ਥਲ ਮਹੀਲ ਪੂਰਿਆ ਵੀ ਸਭ ਥਾਈਂ ਘਟਾ ਘਟਾਂ ਵਿੱਚ ਘਟ ਘਟ ਮੈਂ ਹਰ ਜੂ ਬਸੈ। ਸੰਤਨ ਕਹਿਓ ਪੁਕਾਰ, ਸਮਸਤ ਮਾਹੇ ਤੋਹੇ ਹੈ। ਸਾਰੇ ਪਰਮੇਸ਼ਰ ਗੁਰੂ ਰੂਪ ਗੁਰੂ ਨਾਨਕ ਸਾਹਿਬ ਜੀ ਉਹ ਤੁਹਾਡੇ ਵਿੱਚ ਹਨ। ਜਦੋਂ ਤੁਸੀਂ ਸਾਰਿਆਂ ਵਿੱਚ ਹੋ ਅਤੇ ਦੂਜੇ ਤੇ ਆਪੇ ਤੁਹਾਡੇ ਵਿੱਚ ਹੋ ਹੀ ਗਏ ਹੈ। ਮਿਲੋ ਨਿਰਾਲਮਾ ਰਹਿ, ਫਿਰ ਆਪ ਸਾਰੇ ਥਾਵਾਂ 'ਚ ਮਿਲੇ ਹੋਏ ਹੋ। ਨਿਰਾਲਮ ਫਿਰ ਵੱਖਰੇ ਰਹਿ ਰਹੇ ਹੋ, ਵੱਖਰੇ ਹੋ। ਭਾਵ ਸਭ ਕੇ ਮੱਧ ਅਲਿਪਤ ਹੋ ਰਹੇ। ਆ ਜਲ ਦੀ ਨੇ ਜਿਵੇਂ ਜਲ 'ਚ ਸਮੁੰਦਰ ਦਾ ਪ੍ਰਕਾਸ਼ ਪੈਂਦਾ ਹੈ, ਜਿਵੇਂ ਜਲ ਵਿੱਚ ਸੂਰਜ ਦਾ ਪ੍ਰਕਾਸ਼ ਪੈਂਦਾ, ਸੂਰਜ ਉੱਤੇ ਬਾਹਰ ਵੀ ਹੈ ਅਤੇ ਆ ਜਲ ਦੇ ਵਿੱਚ ਵੀ ਉਹਦਾ ਪਰਛਾਵਾਂ ਦਿਖੀ ਜਾਂਦਾ ਹੈ। ਪਰ ਵਿੱਚ ਵੀ ਉਹ ਨਜ਼ਰੀ ਆ ਰਿਹਾ ਅਤੇ ਉੱਪਰ ਵੀ ਹੈ। ਅਸਲ ਵਿੱਚ ਉੱਪਰ ਹੀ ਹੈ, ਪਾਣੀ ਤੋਂ ਬਾਹਰ ਵੀ ਹੈ। ਉਹਦਾ ਪ੍ਰਕਾਸ਼ ਪਾਣੀ ਵਿੱਚ ਵੀ ਹੈ ਅਤੇ ਪਾਣੀ ਤੋਂ ਬਾਹਰ ਵੀ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਆਕਾਸ਼ ਉਹਦੀ ਸੂਖ ਉਹ ਵੀ ਵੇਖੋ ਇਸੇ ਤਰ੍ਹਾਂ ਹੀ ਹੈ ਵੀ ਪਾਣੀ ਦੇ ਵਿੱਚ ਵੀ ਨਜ਼ਰੀ ਆ ਰਿਹਾ ਅਤੇ ਪਾਣੀ ਤੋਂ ਬਾਹਰ ਵੀ ਹੈ। ਇਸ ਤਰ੍ਹਾਂ ਮਹਾਰਾਜ ਤੁਸੀਂ ਨਿਰਾਲਮ ਹੋ, ਤੁਸੀਂ ਮਿਲੇ ਵੀ ਹੋਏ ਹੋ ਅਤੇ ਨਿਰਾਲਮ ਕਹੀਏ ਨਿਰਲੇਪ ਵੀ ਹੋ, ਵੱਖਰੇ ਵੀ ਹੋ ਜੀ। ਅਲੇਪ ਹੈ ਅਮੋਹ ਹੈ, ਆਪ ਅਲੇਪ ਹੋ। ਆਪ ਭਾਵ ਪਰੇ ਪਰੇ ਹੋ, ਕਿਸੇ ਨਾਲ ਜੁੜੇ ਨਹੀਂ ਹੋ, ਕੋਈ ਸੰਗ ਨਹੀਂ ਹੈ ਤੁਹਾਡਾ ਅਤੇ ਮੋਹ ਤੋਂ ਰਹਿਤ ਹੋ। ਤੁਹਾਨੂੰ ਕੋਈ ਮੋਹ ਨਹੀਂ ਹੈ, ਮੋਹ ਤੋਂ ਵੀ ਰਹਿਤ ਹੈ। ਜਦੋਂ ਹੈ ਨਿਰਲੇਪ, ਜਿਹੜਾ ਹੋਵੇ ਨਿਰਲੇਪ ਉਹਨੂੰ ਮੋਹ ਕਾਹਦਾ? ਮੋਹ ਤਾਂ ਹੁੰਦਾ ਜੁੜਿਆਂ ਨੂੰ। ਆਪ ਜੀ ਦੇ ਨਿਰਲੇਪ ਹੋ ਅਤੇ ਮੋਹ ਤੋਂ ਰਹਿਤ ਹੋ। ਅਨਾਦ ਤੋਂ ਆਜ਼ਾਦ ਤੋਂ, ਫਿਰ ਆਪ ਅਨਾਦੀ ਹੋ। ਅਨਾਦੀ ਤੁਹਾਡਾ ਕੋਈ ਯਾਦ ਨਹੀਂ ਹੈ। ਸਭ ਤੋਂ ਪਹਿਲਾਂ ਤੁਸੀਂ ਹੋ। ਤੁਹਾਡਾ ਤਾਂ ਪਤਾ ਹੈ ਕੋਈ ਨਹੀਂ ਕਦੋਂ ਦੇ ਅਨਾਦੀ ਹੋ, ਬਹੁਤ ਪੁਰਾਤਨ ਹੋ, ਪੁਰਾਤਨ ਸਰੂਪ ਹੋ। ਆਜ਼ਾਦ ਤੂੰ ਅੱਜ ਕਹੀਦਾ ਬ੍ਰਹਮੇ ਨੂੰ, ਜਾਂ ਸਿੱਧਾ ਕਹਿ ਲਓ ਵੀ ਆਪ ਆਜ਼ਾਦ ਹੋ, ਸੁਤੰਤਰ ਹੋ। ਪਰਤੰਤਰ ਨਹੀਂ ਜੇ ਮਨੁੱਖ ਪਤੰਤਰ ਹੈ। ਅਤੇ ਆਜ਼ਾਦ ਰੂਪ ਹੋ ਭਾਵ ਅੱਜ ਬ੍ਰਹਮਾ ਹੈ ਅਤੇ ਬ੍ਰਹਮਾ ਦਾ ਆਦਿ ਕੀ ਹੈ? ਮਾਇਆ। ਉਹ ਮਾਇਆ ਦੇ ਵਿੱਚ ਤੁਸੀਂ ਯਾਦ ਹੋ ਅਤੇ ਮਾਇਆ ਤੋਂ ਪਰੇ ਨਿਰਲੇਪ ਵੀ ਹੋ ਜੀ। ਸਕੈਵਲੰ ਅਕਾਰਣੰ, ਫਿਰ ਸਕੈਵਲੰ ਜੋ ਜਨਮ ਵਿੱਚ ਨਾ ਆਏ। ਕੈਵਲੰ ਮੁਕਤੀ ਦੇ ਸਹਿਤ ਹੋ। ਅਕਾਰਨ ਕਾਰਨਾਂ ਤੋਂ ਰਹਿਤ ਹੋ। ਤੁਹਾਡਾ ਕੋਈ ਕਾਰਨ ਨਹੀਂ, ਆਪ ਸਭ ਦੇ ਕਾਰਨ ਹੋ। ਅਸੰਗ ਹੋ ਅਭੰਗ ਹੋ, ਆਕਾਸ਼ ਵਾਂਗੂ ਅਸੰਗ ਹੋ। ਭਾਵ ਜਿੱਥੇ ਖਾਲੀ ਥਾਂ ਹੋਵੇ ਤੁਸੀਂ ਰੋੜੇ ਸੁੱਟ ਦਿਓ, ਪਹਾੜ ਸੁੱਟ ਦਿਓ, ਉਹ ਥਾਂ ਤੋਂ ਆਕਾਸ਼ ਨੇ ਪਰੇ ਹੋ ਜਾਣਾ ਆਪ। ਜਿੱਥੇ ਪਹਿਲਾਂ ਖਾਲੀ ਥਾਂ ਸੀ ਉੱਥੇ ਕੰਧ ਕਰ ਦਿੱਤੀ ਹੈ, ਆਕਾਸ਼ ਵਿੱਚ ਵੀ ਹੈ ਕਿਉਂਕਿ ਉਹਨੇ ਥਾਂ ਦਿੱਤੀ ਤਾਂ ਕੰਧ ਹੋਈ ਹੈ। ਆਕਾਸ਼ ਪਰੇ ਵੀ ਹੈ, ਹੋ ਗਿਆ, ਕੰਧ ਉੱਥੇ ਹੋ ਗਈ। ਇਵੇਂ ਅਸੰਗ ਵੀ ਹੋ। ਅਭੰਗ ਟੁੱਟਣ ਤੋਂ ਰਹਿਤ ਹੋ, ਨਾਸ ਤੋਂ ਰਹਿਤ ਹੋ, ਭੰਗ ਤੋਂ ਰਹਿਤ ਹੋ। ਅਨੰਗ ਦੋਖ ਹਾਰਣੰ, ਅਨੰਗ ਜੋ ਕਾਮ ਹੈ, ਕਾਮਦੇਵ, ਕਾਮ ਦਾ ਜਿਹੜਾ ਦੁੱਖ ਹੈ, ਦੋਸ਼ ਗੁਣਾ ਔਗਣ ਹੈ, ਇਹਨੂੰ ਤੁਸੀਂ ਨਾਸ ਕਰਨ ਵਾਲੇ ਹੋ, ਇਹਨੂੰ ਦੂਰ ਕਰਨ ਵਾਲੇ ਹੋ। ਇਸੇ ਤਰ੍ਹਾਂ ਅਨੰਗ ਆਪ ਅਨ ਅੰਗ, ਅੰਗਾਂ ਤੋਂ ਰਹਿਤ, ਸਰੀਰ ਤੋਂ ਰਹਿਤ ਹੋ। ਚੱਕਰ ਚਿਨਰ ਬਰਨ ਜਾਤਰ ਪਾਤ ਨਹਿਨ ਜਿਹ ਹੋ।
ਤੇ ਜੋ ਦੋਸ਼ ਗੁਨਾਹ ਔਗਣ ਇਹਨਾਂ ਨੂੰ ਦੂਰ ਕਰਨ ਵਾਲਿਓ, ਨਾਸ ਕਰਨ ਵਾਲੇ ਹੋ ਜੀ। ਅਨੰਤ ਸ੍ਰੀ ਮਹੰਤ ਆਪ ਅਨੰਤ ਕਹੀਏ ਅੰਤ ਤੋਂ ਰਹਿਤ ਬੇਨਤੀ ਹੋ, ਤੇ ਸ੍ਰੀ ਮਹੰਤ ਸ਼੍ਰੋਮਣੀ ਪੂਜਨੀਕ ਮਹਾਨ ਹੋ, ਮਹੰਤ ਕਹੀਏ ਵੱਡੇ ਹੋ। ਸਰਬ ਕੰਤ ਮੋਹ ਭੰਜਨੰ ਸਾਰੀ ਸ੍ਰਿਸ਼ਟੀ ਦੇ ਮਾਲਕੋ, ਮੋਹ ਨੂੰ ਦਲ ਮਲ ਕੇ ਭੰਨ ਸੁੱਟ ਦੇਣ ਵਾਲੇ, ਮੋਹ ਨੂੰ ਦੂਰ ਕਰ ਦੇਣ ਵਾਲੇ, ਭੰਨ ਦੇਣ ਵਾਲੇ ਓ। ਆਧਾਰ ਲੋਕ 14 ਲੋਕਾਂ ਦੇ ਆਸਰਾਓ, 14 ਲੋਕ ਤੁਹਾਡੇ ਆਸਰੇ ਟਿਕੇ ਹੋਏ ਆ ਜੀ। ਅਪਾਰ ਰੂਪ ਰੰਜਨੰ ਪਰ ਕੀਰਤੀ ਤੋਂ ਪਰੇ ਤੁਹਾਡਾ ਸਰੂਪ ਹੈ, ਮਾਇਆ ਤੋਂ ਪਰੇ ਤੁਹਾਡਾ ਸਰੂਪ, ਪਾਰਾਵਾਰ ਤੋਂ ਬੇਸਮਾਰ ਬੇਅੰਤ ਸੁਆਮੀ ਸਰੂਪੋ। ਰੰਜਨੰ ਪ੍ਰਸੰਨ ਰੂਪੋ, ਸਦਾ ਹੀ ਆਨੰਦ ਸਰੂਪ, ਤੇ ਜਪਣ ਵਾਲਿਆਂ ਨੂੰ ਪ੍ਰਸੰਨ ਕਰਨ ਵਾਲੇ ਹੋ ਜੀ। ਨਿਰੰਜਨੰ ਅਗੰਜਨੰ ਮਾਇਆ ਦੀ ਕਾਲਖ ਤੋਂ ਰਹਿਤ ਸ਼ੁੱਧ ਸਰੂਪ ਬ੍ਰਹਮ ਹੋ, ਨਿਰੰਜਨ ਹੋ। ਅਗੰਜਨੰ ਅਗੰਜਨ ਨਾ ਗੰਜੇ ਜਾਣ ਵਾਲਿਓ, ਟੋਟੇ ਟੋਟੇ ਹੋਣ ਤੋਂ ਰਹਿਤ ਹੋ, ਨਾਸ ਹੋਣ ਤੋਂ ਰਹਿਤ ਹੋ ਜੀ। ਅਸਿਰਜਨੰ ਸੁਜਾਨਯੰ ਐਵੇਂ ਆਪ ਜੀ ਦੀ ਸਿਰਜਣਾ ਨਹੀਂ ਹੋਈ ਹੈ, ਉਤਪਤੀ ਤੋਂ ਰਹਿਤ ਹੋ। ਨਾ ਤੁਹਾਡਾ ਕੋਈ ਮਾਂ ਪਿਓ ਹੀ ਹੈ, ਫਿਰ ਉਤਪਤੀ ਕਿਹਨੇ ਕਰਨੀ। ਸਹਿ ਭੰਗ ਹੋ, ਸੁੱਤੇ ਸਿਤ ਪ੍ਰਕਾਸ਼ ਹੋ, ਅੰਬੂ ਹੋ ਸੁਜਾਨਯੰ। ਫਿਰ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਹੋ ਜੀ। ਸਦੀਵ ਨੇਤ ਨੇਤ ਹਮੇਸ਼ਾ ਨੇਤ ਬੇਅੰਤ ਬੇਅੰਤੋ, ਨਾ ਇਤੀ ਕਾਰਨਾ ਨਾ ਇਤੀ ਕਾਰਜਾ, ਨਾ ਤੁਹਾਡਾ ਕੋਈ ਕਾਰਨ ਹੈ ਨਾ ਕੋਈ ਕਾਰਜ ਹੈ। ਹਮੇਸ਼ਾ ਨਹੀਂ ਹੈ ਜਿਹਦਾ ਅੰਤ ਨਹੀਂ ਹੈ, ਜਿਹਦਾ ਅੰਤ ਨਹੀਂ ਹੈ, ਜੋ ਇਤੀ ਨਹੀਂ ਹੈ, ਜੋ ਇਤੀ ਭਾਵ ਬੇਅੰਤ ਬੇਅੰਤ ਉਹ ਹਮੇਸ਼ਾ। ਭੂਤ ਭਵਯੰ ਬਖਾਨਯੰ ਸਭ ਨੇ ਆਪ ਨੂੰ ਭੂਤ ਜੋ ਪਿਛੇ ਬੀਤ ਗਿਆ ਹੈ, ਤੇ ਭਵਿੱਖ ਜੋ ਵਰਤਮਾਨ ਜੋ ਚੱਲ ਰਿਹਾ ਹੈ, ਭਵਯੰ ਜੋ ਭਵਿੱਖ ਹੈ। ਭਵਿੱਖ ਵਿੱਚ ਸਭ ਨੂੰ ਆਪ ਨੇ ਬੇਅੰਤ ਬੇਨਤੀ ਕਿਹਾ ਹੈ, ਪਿਛੇ ਵੀ ਕਿਹਾ ਸੀ, ਹੁਣ ਵੀ ਕਹਿ ਰਹੇ ਹੈ, ਅੱਗੇ ਵੀ ਸਭ ਨੇ ਆਪ ਜੀ ਨੂੰ ਬੇਅੰਤ ਬੇਨਤੀ ਕਹਿਣਾ ਹੈ, ਕਹੇ ਜਾਂਦੇ ਹੋ। ਗੁਰੂ ਸਰੂਪ ਧਾਰ ਐਸੇ ਹੋ ਤੁਸੀਂ ਵਾਹਿਗੁਰੂ ਪਰਮੇਸ਼ਰ ਜੀ, ਤੁਸਾਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਰੂਪ ਧਾਰ ਕੇ ਸਤ ਨਾਮ ਕੋ ਪਦਾਸਿਅੰ ਜੋ ਸਤਿਨਾਮ ਵਾਹਿਗੁਰੂ ਦਾ ਉਪਦੇਸ਼ ਹੈ, ਉਹ ਸਭ ਨੂੰ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰ ਕੇ ਦਿੱਤਾ ਹੈ ਜੀ। ਪਖੰਡ ਕੋ ਨਿਕੰਦ ਕਾ ਜਿਹੜੇ ਵੱਡੇ ਵੱਡੇ ਪਖੰਡੀ ਸਨ, ਉਹਨਾਂ ਦੇ ਪਖੰਡ ਨੂੰ ਨਿਕੰਦ ਕੇ, ਵਿਸ਼ੇਸ਼ ਕਰਕੇ ਨਾਸ ਕਰਕੇ, ਖਤਮ ਕਰਕੇ, ਨਾ ਮਾਨ ਚੋਰ ਲੈਸਿਅੰ ਤੇ ਆਪਣੇ ਆਪ ਜੀ ਨੇ ਜਿਹੜਾ ਮਾਣ ਹੈ, ਜਿਹੜਾ ਮਾਣ ਹੈ ਉਹ ਆਪ ਜੀ ਦੇ ਉਹ ਸ਼ੋਰ ਲੇਸ, ਸ਼ੋਰ ਦੀ ਥਾਂ ਸ਼ਰ, ਵੀ ਨਾਮ ਜੀ ਦੇ ਅੰਦਰ ਲੇਸ ਕਹੀਏ ਮਰਤਾ ਪਰ ਵੀ ਮਾਨ ਹੰਕਾਰ ਹੀ ਹੈ, ਕਿਉਂਕਿ ਆਪ ਨਿਰਹੰਕਾਰ ਹੋ, ਨਿਰਹੰਕਾਰ ਤੋਂ ਰਹਿਤ। ਤੇ ਸ਼ਰ ਨਾ ਆਪ ਜੀ ਅੰਦਰ ਛਾਲੀ ਹੈ, ਕੋਈ ਛਲ ਰੂਪ ਨਹੀਂ ਹੋ ਆਪ, ਨਾ ਮਾਨ ਸ਼ੋਰ ਲੈ ਸਿੰਘ ਰੱਤਾ ਭਰ ਵੀ ਜਿਹੜਾ ਹੈ ਨਾ ਮਾਣ ਨਹੀਂ ਹੈ ਆਪ ਜੀ ਦੇ ਅੰਦਰ, ਉਹ ਸ਼ੋਰ ਕਹੀਏ ਛੱਡਿਆ ਹੀ ਹੋਇਆ ਹੈ। ਦੂਸਰਾ ਪਾਠ ਆਨੰਦਹੀਨ ਦੁੰਦ ਕਾ ਆਨੰਦ ਸਰੂਪ ਹੋ। ਦੁੰਦ ਜੋ ਦੋ ਤਰ੍ਹਾਂ ਦੇ ਦੁੱਖ ਹੈ, ਜੰਮਣ ਮਰਨ ਦੇ, ਲੋਕ ਪਰਲੋਕ ਦੇ ਦੁੱਖ ਹੈ, ਤੇ ਇਹਨਾਂ ਤੋਂ ਰਹਿਤ ਕਰ ਦੇਣ ਵਾਲੇ ਹੋ। ਦੁੰਦ ਜੋ ਅਪੰਦਰਾਂ ਤੋਂ ਆਪ ਜੀ ਰਹਿਤ ਹੋ। ਮੁਕੰਦ ਸਰਬ ਬੰਦ ਜੂ ਮੁਕੰਦ ਕਹੀਏ ਮੁਕਤੀ ਦਾਤਾ ਹੋ। ਸਾਰਿਆਂ ਦੇ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਸਿੱਧਨਾਥ ਜੋਗੀ ਜਤੀ ਜਿੰਨੇ ਵੀ ਹੈਗੇ ਆ 33 ਕਰੋੜ ਦੇਵੀ ਦੇਵਤੇ ਸਾਡੇ ਵਰਗੇ, ਉਹਨਾਂ ਦੇ ਮਹਾਰਾਜ ਤੁਸੀਂ ਬੰਦਨਾ ਯੋਗ ਹੋ, ਨਮਸਕਾਰ ਕਰਨੇ ਯੋਗ ਹੋ। ਨਮਸਤਿਆਂ ਨਮਸਤਿਆਂ ਸਾਰੇ ਦੇਵਤੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਸਾਡੀ ਤੁਹਾਨੂੰ ਮਨ ਕਰਕੇ ਨਮਸਕਾਰ ਹੈ, ਬਾਣੀ ਕਰਕੇ ਨਮਸਕਾਰ ਹੈ। ਨਮਸਤਿਆਂ ਗੋਬਿੰਦ ਜੋ ਗੋ ਕਹੀਏ ਧਰਤੀ ਦੇ ਬਿੰਦ ਕਹੀਏ ਜੋ ਆਸਰਾ ਰੂਪ ਹੋ। ਗੋ ਕਹੀਏ ਜੋ ਇੰਦਰੀਆਂ ਦਾ ਜੋ ਬਿੰਦ ਰੱਖਿਅਕ ਹੋ। ਜੋ ਗੋ ਕਹੀਏ ਧਰਤੀ ਦੇ ਬਿੰਦ ਕਹੀਏ ਰੱਖਿਅਕ ਹੋ।
ਜੋ ਗੋਬਿੰਦ ਕਈ ਜੋ ਬੈਕੁੰਠ ਦੇ ਨਿਵਾਸੀ ਹੋ। ਇਹ ਐਸੇ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਸਾਡੀ ਨਮਸਕਾਰ ਹੈ। ਮਨ ਕਰਕੇ ਨਮਸਕਾਰ ਹੈ, ਬਾਣੀ ਕਰਕੇ ਨਮਸਕਾਰ ਹੈ, ਸਰੀਰ ਕਰਕੇ ਆਪ ਜੀ ਨੂੰ ਸਾਡੀ ਨਮਸਕਾਰ ਹੈ। ਬੰਦਨਾ ਹਰ ਬੰਦਨਾ ਹੈ। ਛਪੈ ਛੰਦ ਪਾਉ ਭਗਤ ਬਿਸਤਾਰ। ਇੰਨੀ ਸਤੁਤ ਕੀਤੀ ਹੈ। ਫਿਰ ਕਹਿੰਦੇ ਹੈ ਮਹਾਰਾਜ ਆਪ ਜੀ ਨੇ ਪ੍ਰੇਮਾ ਭਗਤੀ ਦਾ ਫੈਲਾਓ ਕਰਕੇ ਗੁਰੂ ਸਿੱਖੀ ਜਗ ਕੀਨੀ। ਗੁਰੂ ਨਾਨਕ ਸਾਹਿਬ ਜੀ ਨੇ ਜੀ ਜੋ ਅਕਾਲ ਪੁਰਖ ਅਕਾਲੀ ਧਰਮ ਦੀ ਸਿੱਖੀ ਹੈ, ਗੁਰੂ ਕੀ ਸਿੱਖੀ ਆਪਣੀ, ਉਹ ਤੁਸਾਂ ਨੇ ਸੰਸਾਰ ਵਿੱਚ ਪ੍ਰਗਟ ਕੀਤੀ। ਹਰ ਥਾਂ 9 ਖੰਡਾਂ ਵਿੱਚ ਬਾਬੇ ਤਾਰੇ, 4 ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਸਭ ਪਾਸੇ ਆਪ ਜੀ ਨੇ ਸਤਿਨਾਮ ਦਾ ਚੱਕਰ ਫਰਾਇਆ, ਗੁਰੂ ਕੀ ਸਿੱਖੀ ਪ੍ਰਗਟ ਕੀਤੀ ਹੈ। ਪੂਰਬ ਸਾਧਨ ਮੁਕਤ ਕਰਤਾ। ਮਹਾਰਾਜ ਜਿਹੜੇ ਪਹਿਲਾ ਸਾਧਨ ਸਨ ਉਹ ਵੀ ਮੁਕਤੀ ਕਰਦੇ ਸਨ। ਭਾਵੇਂ ਕਿ ਜਲ ਧਾਰਾਂ ਕਰਨੀਆਂ, ਹਠ ਯੋਗ ਕਰਨਾ, ਕਈ ਸਾਧਨ ਸਨ, ਧੂਣੀਆਂ ਤਖਾਉਣੀਆਂ, ਭੁੱਖੇ ਰਹਿਣਾ, ਧਿਆਏ ਰਹਿਣਾ, ਇਵੇਂ ਨੰਗੇ ਰਹਿਣਾ, ਕਈ ਤਰ੍ਹਾਂ ਦੇ ਸਾਧਨਾ ਕਰਨੀਆਂ, ਪੁੱਠੇ ਲਟਕਣਾ, ਅਤੇ ਇਵੇਂ ਕਈ ਦਿਨ ਸੌਣਾ ਨਾ, ਜਾਂ ਮਹਾਰਾਜ ਇਵੇਂ ਇਸ ਠੰਡ ਦੇ ਦਿਨਾਂ 'ਚ 100 ਘੜਾ ਸਿਰੇ ਦੇ ਉੱਪਰ ਪਾਉਣਾ, ਜਲ ਧਾਰਾਂ ਕਰਨੀਆਂ। ਉਹ ਜਿਹੜੇ ਪਹਿਲੇ ਸਾਧਨ ਉਹ ਵੀ ਮੁਕਤੀ ਕਰਦੇ ਹੀ ਸਨ। ਔਰੇ ਬਿਦ ਚੀਨੀ। ਆਪ ਜੀ ਦੀ ਹੋਰ ਹੀ ਵਿਧੀ ਜਾਣੀ ਗਈ ਹੈ। ਆਪ ਜੀ ਨੇ ਹੋਰ ਹੀ ਵਿਧ ਜਿਹੜੀ ਹੈ ਕੀਤੀ ਚਾ ਜਾਣੀ ਹੈ। ਤਿਨ ਤੇ ਤੁਮ ਹੈ ਸੁਖੇ ਨ ਕੀਨਾ। ਉਹ ਜਿਹੜੇ ਪਹਿਲੇ ਸਾਧਨ ਸਨ, ਜਲ ਧਾਰਾ ਕਰਨੀਆਂ, ਧੂਣੀਆਂ ਦਿਖਾਉਣੀਆਂ, ਭੁੱਖੇ ਰਹਿਣਾ, ਨੰਗੇ ਰਹਿਣਾ, ਪਿਆਸੇ ਰਹਿਣਾ, ਫਲ ਪੱਤੇ ਖਾ ਕੇ ਗੁਜ਼ਾਰਾ ਕਰਨਾ, ਜਾਂ ਤਿਆਗੀ ਰਹਿਣਾ, ਡਾਂਗ 'ਤੇ ਡੇਰਾ ਰੱਖਣਾ, ਛੱਤ ਥੱਲੇ ਨਾ ਸੌਣਾ, ਇਹੋ ਜਿਹੀਆਂ ਕਈ ਸਾਧਨਾ ਕੀਤੀਆਂ। ਪੈਚਰਨੀ ਜੁੱਤੀ ਨਾ ਪਾਉਣੀ, ਮੈਂ ਇੰਨੇ ਸਾਲ ਜੁੱਤੀ ਨਹੀਂ ਪਾਉਣੀ, ਅਤੇ ਮੈਂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਬੜੇ ਔਖੇ ਸਾਧਨ ਕਰਦੇ ਰਹੇ। ਵੱਡੇ ਬੁਣ ਦੇਵਤੇ ਕਈ ਜੁਗਤੀ ਨਹੀਂ ਤਨ ਤਾਇਆ, ਉਹ ਕਿੰਨੇ ਸਾਧਨ ਕਰਦੇ ਰਹੇ। ਅਤੇ ਮਹਾਰਾਜ ਆਪ ਜੀ ਨੇ ਹੋਰ ਹੀ ਵਿਧ ਚੰਗੀ ਜਾਣੀ ਕਿ ਉਹਨਾਂ ਪਹਿਲੇ ਸਾਧਨਾਂ ਤੋਂ ਆਪ ਜੀ ਨੇ ਬਹੁਤ ਸੌਖਾ ਹੀ ਜਿਹੜਾ ਤਰੀਕਾ ਕੀਤਾ। ਇਹੋ ਰੀਤ ਨਵੀਨੀ। ਇਹ ਜਿਹੜੀ ਰੀਤੀ ਆਪ ਜੀ ਨੇ ਨਵੀਂ ਕੀਤੀ, ਇਹ ਕਿੰਨੀ ਸੌਖੀ ਰੀਤੀ ਕਰ ਦਿੱਤੀ ਵੀ 2 ਪ੍ਰਸ਼ਾਦੇ ਛਕ ਕੇ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਉਹ ਪਿਆਰਾ ਬੈਠੇ ਭਗਤ ਜਨ ਦਾਸ, ਅਤੇ ਇੱਥੇ ਬੈਠ ਕੇ ਗੁਰੂ ਕੀ ਸੰਗਤ ਕਰੇ, ਮਨ ਚਿੱਤ ਇਕਾਗਰ ਕਰਕੇ ਬਾਣੀ ਪੜ੍ਹੇ, ਸਾਧਨਾ ਵਾਹਿਗੁਰੂ ਦਾ ਜਾਪ ਜਪੇ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਕੇ ਅਤੇ ਫਿਰ ਸਾਧਨਾ ਵਾਹਿਗੁਰੂ 'ਚ ਜੁੜੇ। ਫਿਰ ਦਿਨ ਚੜ੍ਹੇ, ਗੁਰਬਾਣੀ ਪੜ੍ਹੇ, ਗੁਰਬਾਣੀ ਪੜ੍ਹ ਕੇ ਆਪਣੀ ਕਿਰਤ ਕਮਾਈ ਕਰੇ, ਨਾਲ ਸਿਮਰਨ ਕਰੇ। ਉਹ ਜਿਹੜੀ ਕਮਾਈ ਕਰਨੀ ਆ ਉਹਦਾ ਵੰਡ ਕੇ ਛਕੇ, ਸਾਧੂ ਸੰਤਾਂ ਵਿੱਚ ਦਾਨ ਪੁੰਨ ਕਰੇ, ਆਪ ਬਾਅਦ ਛਕੇ, ਫਿਰ ਪਹਿਲਾਂ ਦੂਜਿਆਂ ਸਾਧੂ ਸੰਤਾਂ ਨੂੰ ਛਕਾਵੇ। ਇਸ ਤਰ੍ਹਾਂ ਮਹਾਰਾਜ ਆਪ ਜੀ ਨੇ ਨਵੀਂ ਜਿਹੜੀ ਰੀਤੀ ਕੀਤੀ ਹੈ, ਬੜਾ ਸੌਖਾ ਤਰੀਕਾ ਚਲਾ ਦਿੱਤਾ ਵੀ 2 ਪ੍ਰਸ਼ਾਦੇ ਛਕ ਕੇ ਮਨ ਇਕਾਗਰ ਕਰਕੇ ਸੰਗਤ 'ਚ ਬੈਠੇ, ਭੁੱਖੇ ਮਰਨ ਦੀ ਕੋਈ ਲੋੜ ਨਹੀਂ, ਜਲ ਧਾਰਾ ਕਰਨ ਦੀ ਲੋੜ ਨਹੀਂ। ਗਾਡੀ ਰਾਹ ਚਲਾਏ। ਆਪ ਜੀ ਨੇ ਗਾਡੀ ਰਾਹ ਚਲਾਇਆ। ਇੱਕ ਤੇ ਹੁੰਦੀ ਪਗਡੰਡੀ ਵੱਟ ਛੋਟੀ ਜੀ, ਜਿਹਦੇ 'ਤੇ ਤੁਰਨਾ ਫਿਰਨਾ ਬੜਾ ਔਖਾ ਹੋ ਜਾਂਦਾ, ਕਦੀ ਇੱਧਰ ਡਿੱਗ ਕਦੀ ਇੱਧਰ ਡਿੱਗ। ਇੱਕ ਹੁੰਦਾ ਗੱਡੀ ਦਾ ਰਾਹ ਚੌੜਾ, ਜਿਹਦੇ 'ਤੇ ਮਨੁੱਖ ਸੁੱਤੇ ਸਿੱਧੀ ਸੌਖਾ ਚੱਲ ਜਾਂਦਾ। ਇਹ ਆਪ ਜੀ ਨੇ ਗਾਡੀ ਰਾਹ ਚਲਾਇਆ ਗੁਰਸਿੱਖੀ ਮਾਰਗ ਦਾ। ਨਰਨ ਕੇ ਸ਼ੁਭ ਮਤ ਦੇਨੀ। ਨਰਨ ਕੋ ਸਾਰੇ ਪੁਰਸ਼ਾਂ ਨੂੰ, ਸਿੱਖਾਂ ਨੂੰ ਚੰਗੀ ਮੱਤ ਦਿੱਤੀ, ਭਾਈ ਗੁਰੂ ਕੀ ਸੰਗਤ ਕਰੋ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਗੁਰਬਾਣੀ ਪੜ੍ਹੋ, ਸਿਮਰਨ ਕਰੋ, ਆਪਣੀ ਕਿਰਤ ਕਮਾਈ ਕਰਕੇ ਵੰਡ ਕੇ ਛਕੋ। ਪ੍ਰਭੂ ਨਮః ਨਮః ਪੁਨ ਪੁਨ ਨਮః। ਐਵੇਂ ਕੋ ਸਾਰੇ ਦੇਵੀ ਦੇਵਤੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਪ੍ਰਭੂ ਜੀ ਸਾਡੀ ਮਨ ਕਰਕੇ ਤੁਹਾਨੂੰ ਨਮਸਕਾਰ ਹੈ, ਫਿਰ ਤੁਹਾਨੂੰ ਬਾਣੀ ਕਰਕੇ ਨਮਸਕਾਰ ਹੈ, ਫਿਰ ਤੁਹਾਨੂੰ ਸਰੀਰ ਕਰਕੇ ਨਮਸਕਾਰ ਹੈ। ਚਰਨ ਸ਼ਰਨ ਤਾਰਨ ਤਰਨ। ਆਪ ਜੀ ਦੀ ਜਿਹੜੀ ਚਰਨਾਂ ਦੀ ਸ਼ਰਨ ਹੈ, ਹਾਂ ਜੋ ਆਪ ਜੀ ਦੇ ਚਰਨਾਂ ਦੀ ਸ਼ਰਨ ਹੈ, ਉਹ
ਤਰਨ ਕਈ ਜਹਾਜ਼ ਵਾਂਗੂ ਹੈ ਸੰਸਾਰ ਸਮੁੰਦਰ ਤੋਂ ਤਾਰਨ ਲਈ, ਦੁੱਖਾਂ ਦੇ ਸਮੁੰਦਰ ਤੋਂ ਤਾਰਨ ਲਈ। ਦੁਖ ਦਰਨ ਕਰਨ ਸੁਖ ਹਰਨ ਆਗ। ਆਪ ਜੀ ਦੁੱਖਾਂ ਨੂੰ ਦਲ ਮਲ ਦੇਣ ਵਾਲੇ, ਦਲਣ ਵਾਲੇ ਹੋ, ਸੁੱਖਾਂ ਨੂੰ ਕਰਨ ਵਾਲੇ ਹੋ, ਪਾਪਾਂ ਨੂੰ ਹਰਨ ਵਾਲੇ, ਨਾਸ ਕਰਨ ਵਾਲੇ ਹੋ। ਸ੍ਰੀ ਨਾਨਕ ਕਾਰਨ ਕਰਨਾ। ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਰ ਰੂਪ ਕਾਰਨ ਕਰਨ ਹੋ। ਕਰਨ ਕਰਾਵਣ ਕਰਨੇ ਹਾਰ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾ ਕੇ ਅੰਤਰ ਜਾਮੀ। ਆਪ ਸਾਰੇ ਕਾਰਨਾਂ ਦੇ ਕਰਨ ਵਾਲੇ ਹੋ, ਸਾਰੇ ਕੰਮਾਂ ਦੇ ਕਰਨ ਵਾਲੇ ਹੋ, ਸਾਰੇ ਸਬੱਬਾਂ ਦੇ ਕਰਨ ਵਾਲੇ ਹੋ। ਦੋਹਰਾ ਕਰ ਉਸਤਤ ਇਸ ਭਾਂਤ ਕੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਬੜੀ ਮਹਾਨੀ ਗੁਰੂ ਸਤੋਤਰ ਦੇ ਰਾਹੀਂ ਉਸਤਤ ਕਰਕੇ ਸਾਰੇ 33 ਕਰੋੜ ਦੇਵੀ ਦੇਵਤੇ ਰਹੇ ਨਗਰ ਕਰਤਾਰ। ਸ੍ਰੀ ਕਰਤਾਰਪੁਰ ਸਾਹਿਬ ਨਗਰ ਵਿੱਚ ਹੀ ਟਿਕੇ ਰਹੇ ਆ ਉਹ ਦਿਨ ਵੀ। ਅਨੇਕ ਲੋਕ ਜਹ ਆਵਈ। ਜਿੱਥੇ ਗੁਰੂ ਕੀ ਸੰਗਤ ਹੋਰ ਵੀ ਬੇਅੰਤ ਬੇਨਤੀ ਲੋਕ ਆ ਰਹੇ ਸਨ ਕਰਤਾਰਪੁਰ ਸਾਹਿਬ। ਹੋਵਤ ਜੈ ਜੈਕਾਰ। ਸਭ ਪਾਸੇ ਗੁਰੂ ਨਾਨਕ ਸਾਹਿਬ ਜੀ ਦੀ ਜੈ ਹੋਵੇ, ਗੁਰੂ ਮਹਾਰਾਜ ਜੀ ਦੀ ਫਤਿਹ ਹੋਵੇ, ਗੁਰੂ ਨਾਨਕ ਸਾਹਿਬ ਜੀ ਦੀ ਜੈ 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 ਜੈ। ਇਸ ਤਰ੍ਹਾਂ ਹੀ ਹੋ ਰਿਹਾ ਸੀ ਸਭ ਪਾਸੇ। ਚੌਪਈ ਦਸੋ ਦਿਸ਼ਾ ਤੇ ਦਸੋ ਦਿਸ਼ਾ ਤੇ ਪੰਥ ਵਧੇਰੇ। ਦਸੇ ਦਿਸ਼ਾਵਾਂ ਦੇ ਤਰਫਾਂ ਤੋਂ ਪੰਥੀ ਰਾਹੀ ਸਾਰੇ ਰਾਵਾਂ ਦੇ ਵਿੱਚ ਹੀ ਬਹੁਤੇ ਬਹੁਤੇ। ਦਰਸ ਕਰਨ ਚਿਤ ਚਾਂਪ ਕਨੇਰੇ। ਬਹੁਤ ਰਾਹੀ ਪੰਥੀ ਆ ਰਹੇ ਹੈ ਮਹਾਰਾਜ ਦੇ ਦਰਸ਼ਨਾਂ ਨੂੰ ਕਰਨ ਦੇ ਵਿੱਚ, ਜਿਨ੍ਹਾਂ ਦੇ ਦਰਸ਼ਨ ਮਾਰ ਦੇ ਕਰਨ ਵਿੱਚ, ਜਿਨ੍ਹਾਂ ਦੇ ਚਿੱਤ ਵਿੱਚ ਚੌਂਪ ਕਹੀਏ ਬਹੁਤ ਜ਼ਿਆਦਾ ਇੱਛਾ ਚਾਹਨਾ ਵੀ ਛੇਤੀ ਨਾਲ ਜਾ ਕੇ ਦਰਸ਼ਨ ਕਰੀਏ। ਆਵਹਿ ਚੱਲੇ ਭੀੜ ਵੱਡ ਹੋਈ। ਚੱਲੇ ਆਉਂਦੇ ਹੈ ਕਰਤਾਰਪੁਰ ਸਾਹਿਬ ਵਿੱਚ ਤੇ ਬੜੀ ਭੀੜ ਹੋਈ ਹੈ, ਬੜਾ ਤਾਂਤਾ ਹੀ ਲੱਗਾ ਹੋਇਆ ਸੰਗਤ ਦਾ। ਜਿਨ ਕੀ ਸੰਖਿਆ ਆਏ ਨਾ ਕੋਈ। ਕਵੀ ਸਾਹਿਬ ਜੀ ਕਹਿੰਦੇ ਜਿਨ੍ਹਾਂ ਸੰਗਤ ਦੀ ਸੰਖਿਆ ਗਿਣਤੀ ਦੇ ਕੋਈ ਗਿਣਤੀ ਵਿੱਚ ਆ ਹੀ ਨਹੀਂ ਰਹੀ ਹੈ, ਆ ਹੀ ਨਹੀਂ ਸਕਦੀ, ਗਿਣੀ ਨਹੀਂ ਕੋਈ ਸਕਦਾ। ਤੁਰ ਕਰਤਾਰ ਕੋਸ ਚੌਫੇਰੇ। ਕਰਤਾਰਪੁਰ ਸਾਹਿਬ ਦੇ 4 ਕੋ 4 ਛਫੇਰੇ। ਆਏ ਨਰ ਨਕੀਨੇ ਬਹੁ ਡੇਰੇ। ਆਣ ਆਣ ਕੇ ਸਿੱਖਾਂ ਭਗਤਾਂ ਜਨਾਂ ਸੇਵਕਾਂ ਨੇ ਹੋਰ ਬੇਅੰਤ ਬੇਅੰਤ ਸੰਗਤ ਨੇ ਆਣ ਕੇ ਡੇਰੇ ਕੀਤੇ ਆ। ਕਰਤਾਰਪੁਰ ਸਾਹਿਬ ਦੇ 4 ਛਫੇਰੇ 4 ਕੋਹਾਂ ਤੱਕ ਟਿਕਾਣੇ ਕੀਤੇ, ਤੰਬੂ ਲਾਏ ਹੋਏ ਕਨਾਤਾਂ। ਸਰਬ ਰਹੇ ਨਿਸ ਮਹਤਿ ਥਾਈ। ਸਾਰੇ ਰਾਤ ਵਿੱਚ ਉਸੇ ਥਾਂ ਟਿਕੇ ਰਹੇ ਆ ਕਰਤਾਰਪੁਰ ਸਾਹਿਬ। ਜਾਗਰਣ ਕੀਨਾ ਮਹਿਮਾ ਗਾਈ। ਇਵੇਂ ਸਾਰਿਆਂ ਨੇ ਜਾਗਣਾ ਕੀਤਾ, ਮਹਾਰਾਜ ਦੀ ਮਹਿਮਾ ਬਹੁਤ ਗਾਈ ਹੈ, ਗਾ ਰਹੇ ਹੈ। ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਨਾਨਕ ਸਾਹਿਬ ਜੀ, ਤੁਹਾਡੀ ਵੱਡੀ ਕਮਾਈ ਹੈ। ਅਰਧ ਵਿਭਾਵਰ ਹੋਈ ਜਬ ਹੀ। ਅੱਧੀ ਰਾਤ ਜਦੋਂ ਹੋਈ ਹੈ, ਸ੍ਰੀ ਮੁਖ ਸੋ ਆਏ ਸਦੀ ਤਬ ਹੀ। ਗੁਰੂ ਨਾਨਕ ਸਾਹਿਬ ਜੀ ਨੇ ਤਦੋਂ ਹੀ ਜਿਹੜੀ ਹੈ ਆਗਿਆ ਦਿੱਤੀ ਹੈ ਸਭ ਨੂੰ। ਚੰਦਨ ਯੁਤ ਘਨ ਸਾਰ ਗੁਲਾਬਾ। ਮਹਾਰਾਜ ਨੇ ਕਿਹਾ ਵੀ ਚੰਦਨ ਦੇ ਸਹਿਤ ਕਨਸਾਰ ਜੋ ਕਪੂਰ ਹੈ ਤੇ ਗੁਲਾਬ ਆਦਿਕ ਹੈ। ਮ੍ਰਿਗ ਮਦ ਘਸ ਕਰ ਸਰਬ ਸ਼ਤਾਬਾ। ਮ੍ਰਿਗ ਮਦ ਜੋ ਮ੍ਰਿਗ ਦੀ ਨਾਭੀ ਵਿੱਚ ਹੈ, ਕਸਤੂਰੀ ਉਹਨੂੰ ਵੀ ਘਸ ਕਰਕੇ ਘਸਾ ਕਰਕੇ ਬੜੀ ਛੇਤੀ ਨਾਲ ਜਿੰਨੀਆਂ ਸੁਗੰਧੀਆਂ ਹਨ। ਅਪਰ ਸੁਗੰਧ ਸਰਬ ਮਹਿਕਾਬ ਹੋ। ਹੋਰ ਵੀ ਸੁਗੰਧੀ ਤਰ੍ਹਾਂ ਤਰ੍ਹਾਂ ਦੀ ਸੋਹਣੇ ਸੁਗੰਧੀ ਵਾਲੇ ਫੁੱਲ ਆਦਿਕ ਚੰਦਨ ਕਸਤੂਰੀ ਮਿਲਾ ਕੇ ਗੁਲਾਬ ਆਦਿਕ ਨੂੰ ਘਸ ਕਰਕੇ ਸਭ ਨੂੰ ਮਹਿਕਾਓ। ਸਗਰੇ ਸਦਨ ਬਿਖਾ ਸ਼ਿਰਕਾਵਹੁ। ਇਹ ਸਾਰਿਆਂ ਨੂੰ ਘਸਾ ਕਰਕੇ ਜਿੱਥੇ ਅਸਾਂ ਨੇ ਜੋਤੀ ਜੋ ਸਮਾਉਣਾ ਘਰ ਦੇ ਵਿੱਚ ਛਿੜਕਾ ਦਿਓ, ਛਿੜਕਾਵਾ ਕਰ ਦਿਓ। ਨੀਕੀ ਆਨਾ ਕੁਸ਼ਾ ਵਿਛਾਵਹੁ। ਚੰਗੀ ਜਿਹੜੀ ਕੁਸ਼ਾ ਵਿਛਾਈ ਹੈ ਉਹ ਲਿਆ ਕੇ ਵਿਛਾਓ ਜੀ। ਸਤ ਨਾਮ ਕੋ ਕੀਰਤਨ ਗਾਵਹੁ। ਸੰਗਤ ਜੀ ਕਿਸੇ ਨੇ ਵਿਰਾਗ ਨਹੀਂ ਕਰਨਾ, ਬਸ ਸਤ ਨਾਮ ਵਾਹਿਗੁਰੂ ਦਾ
ਜਾਪ ਕਰਨਾ ਤੇ ਗੁਰਬਾਣੀ ਦਾ ਕੀਰਤਨ ਗਾਉਣਾ ਹੈ। ਜਿਤੇ ਵੇਦ ਪਾਠੀ ਦਿਜ ਅਹਈ। ਮਹਾਰਾਜ ਨੇ ਹੁਕਮ ਕੀਤਾ ਜਿੰਨੇ ਇੱਥੇ ਵਿਪਰ ਵੇਦ ਪਾਠੀ ਹੈ ਤਾਂ ਹੋ ਦਵਿਜ ਹੈਗੇ ਆ ਸਿਆਣੇ ਸਿਆਣੇ। ਕਰਹਿ ਵੇਦ ਪੁਨ ਬਿਲਮ ਨਾ ਗਹੀ। ਉਹ ਵੇਦ ਦੀ ਧੁਨੀ ਕਰਨ ਭਾਵ ਵੇਦ ਪਾਠੀ ਵੇਦ ਪੜ੍ਹਨ ਜਿਹੜੇ ਵਿਦਵਾਨ ਆਏ ਹੈ ਤੇ ਕੋਈ ਦੇਰੀ ਨਾ ਕਰਨ। ਸਰਬ ਜੇ ਨਰ ਸਤਨਾਮ ਉਚਾਰਹੁ। ਔਰ ਸਾਰੇ ਜਿਹੜੇ ਗੁਰੂ ਕੀ ਸੰਗਤ ਸਿੱਖ ਸੇਵਕ ਆਏ ਵੀ ਵੇਦਾਂ ਦਾ ਪਾਠ ਨਹੀਂ ਕਰ ਸਕਦੇ, ਚਲੋ ਉਹ ਵੀ ਸਤਿਨਾਮ ਵਾਹਿਗੁਰੂ ਉਸ ਦਾ ਉਚਾਰਨ ਕਰੋ। ਸਭ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਇਹ ਕਹੋ। ਜਨਮ ਜਨਮ ਕੇ ਕਿਲ ਬਿਖਟਾਰਹੁ। ਆਪ ਮਹਾਰਾਜ ਮੁਖੋਂ ਕਹਿ ਰਹੇ ਵੀ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰੋ ਤੇ ਜਨਮਾਂ ਜਨਮਾਂ ਦੇ ਕਿਲਬਿਖ ਬੱਜਰ ਭਾਵ ਆਪਣੇ ਟਾਲ ਲਓ, ਖਤਮ ਕਰ ਲਓ। ਅੱਜ ਸ਼ਬੈ ਛੰਦ ਸੁਨ ਰਜਾਏ ਤਿਹ ਸਮੈ। ਸਤਿਗੁਰੂ ਜੀ ਦੀ ਐਸੀ ਆਗਿਆ ਸੁਣ ਕੇ ਉਸ ਸਮੇਂ ਭਇਓ ਜੈਕਾਰ ਮੁਖਰ ਬਰ। ਇਵੇਂ ਸਾ ਸ੍ਰੇਸ਼ਟ ਮੁਖਾਂ ਵਿੱਚੋਂ ਸਭ ਨੇ ਜੈ ਜੈਕਾਰ ਕੀਤਾ। ਮਹਾਰਾਜ ਜੈ ਜੈਕਾਰ ਹੋਇਆ ਜਾਂ ਮੁਖਰ ਕਹੀਦਾ ਸੰਖ ਨੂੰ। ਸ੍ਰੇਸ਼ਟ ਸੰਖਾਂ ਦੀ ਧੁਨੀ ਦੇ ਰਾਹੀਂ ਮਹਾਰਾਜ ਜੈ ਜੈਕਾਰ ਹੋਇਆ। ਸੰਖਨ ਕੀ ਧੁਨ ਘੰਟਨ ਕੀ ਕਰ, ਇਵੇਂ ਹੀ ਉੱਥੇ ਜੈ ਜੈਕਾਰੀ ਹੋ ਰਹੀ ਹੈ ਸਭ ਪਾਸੇ ਮਹਾਰਾਜ ਜੀ ਦੀ। ਗਾਵਤ ਗੁਣ ਕਰਤਾਰ। ਗੁਰੂ ਪਰਮੇਸ਼ਰ ਜੋ ਕਰਤਾਰ ਰੂਪ ਹੈ ਸਾਰੇ ਮਹਾਰਾਜ ਜੀ ਦੇ ਗੁਣ ਗਾਉਂਦੇ ਪਏ ਹੈ। ਪ੍ਰੇਮ ਸੋ ਹਿਰਦੇ ਰਹੇ ਭਰ। ਸਾਰਿਆਂ ਦੇ ਜਿਹੜੇ ਹਿਰਦੇ ਹੈ ਪਰਮ ਪ੍ਰੇਮ ਵਿੱਚ ਹੀ ਭਰੇ ਹੋਏ। ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਦਰਸ਼ਨ ਪਰਸਤ ਸਕਲ। ਸਾਰੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਪਰਸ ਰਹੇ ਹੈ, ਛੋ ਰਹੇ ਹੈ, ਤੱਕ ਰਹੇ ਮਹਾਰਾਜ ਦੇ ਸਰੂਪ ਨੂੰ। ਅਧਿਕ ਕਰਨਾ ਰਸ ਹੋਵਹਿ। ਬਹੁਤ ਕਰਨਾ ਰਸ ਵਿੱਚ ਹੋ ਰਹੇ ਹੈ ਭਾਵ ਸਭ ਦੇ ਨੇਤਰਾਂ ਵਿੱਚ ਜਲ ਭਰਿਆ ਹੋਇਆ ਹੈ। ਇਵੇਂ ਸ਼ਾਂਤ ਸਰੂਪ ਹੋ ਕੇ ਕਰਨਾ ਰਸ ਵਿੱਚ ਤਰਸ ਰੂਪ ਹੀ ਹੋਏ ਪਏ। ਐਸੇ ਸਰੀਰ ਬਣੇ ਪਏ। ਚਿੱਤਰ ਲਿਖੇ ਜੇ ਭੀਤ। ਜਿਸ ਤਰ੍ਹਾਂ ਕਹਿੰਦੇ ਭੀਤ ਕੰਧਾਂ ਉੱਪਰ ਚਿੱਤਰ ਲਿਖੇ ਹੁੰਦੇ ਹੈ, ਮੂਰਤਾਂ ਦੀਆਂ ਬੁੱਤ ਜੇ ਬਣਾਏ ਹੁੰਦੇ ਐ। ਭਾਉ ਧਰ ਠਾਂਡੇ ਜੋ ਵਹਿ। ਇਸ ਤਰ੍ਹਾਂ ਪ੍ਰੇਮ ਮਹਾਰਾਜ ਦੇ ਚਰਨਾਂ ਦਾ ਧਾਰਿਆ ਸਰੂਪ ਦਾ ਦੇਖ ਰਹੇ ਹੈ, ਮਹਾਰਾਜ ਦਰਸ਼ਨ ਕਰ ਰਹੇ ਹੈ ਤੇ ਖੜੋਤੇ ਹੋਏ ਮਹਾਰਾਜ ਨੂੰ ਜੋ ਵੇ ਕਈ ਦੇਖਦੇ ਹੈ। ਜਿਵੇਂ ਕੰਧਾਂ ਉੱਪਰ ਬੁੱਤ ਬਣਾਏ ਹੁੰਦੇ, ਬੁੱਤਾਂ ਵਾਂਗ ਹੀ ਖੜੋਤੇ ਹੋਏ ਮਹਾਰਾਜ ਜੀ ਦੇ ਸਰੂਪ ਨੂੰ ਪ੍ਰੇਮ ਨਾਲ ਦੇਖਦੇ ਸਾਰੀ ਸੰਗਤ। ਤਬ ਭੀੜ ਭਈ ਧਰਮਸਾਲ ਮਹਾ। ਤਦੋਂ ਉਸ ਧਰਮਸ਼ਾਲਾ ਵਿੱਚ ਤੇ ਬੜੀ ਭੀੜ ਪਈ ਹੋਈ ਹੈ। ਇੱਧਰੋਂ ਆਰ ਬਾਰ ਜਿੰਨੇ ਥਾਵਾਂ ਤੇ ਬਸ ਇਹ ਸੰਗਤ ਦਾ ਤੇ ਬਹੁਤ ਇਕੱਠ ਹੀ ਇਕੱਠ ਹੈ। ਸ਼ਬਦ ਰਾਗ ਧੁਨ ਪੂਰਿਆ। ਸਾਰੀ ਸੰਗਤ ਨੇ ਗੁਰਬਾਣੀ ਦੇ ਸ਼ਬਦਾਂ ਨੂੰ ਰਾਗ ਵਿੱਚ ਗਾ ਰਹੇ ਹੈ ਤੇ ਰਾਗਾਂ ਵਿੱਚ ਐਸੀ ਸ਼ਬਦਾਂ ਨੂੰ ਕੀਰਤਨ ਗਾ ਰਹੇ ਹੈ ਤੇ ਧੁਨੀ ਨੂੰ ਪੂਰਿਆ ਹੈ ਭਾਵ ਸਭ ਪਾਸੇ ਗੁਰਬਾਣੀ ਦੇ ਸ਼ਬਦ ਦਾ ਹੀ ਜਾਪ ਹੋ ਰਿਹਾ ਹੈ। ਚਾਰ ਸਫੇਰੇ ਗੁਰਬਾਣੀ ਦੇ ਸ਼ਬਦ ਹੀ ਪੜ੍ਹੇ ਜਾ ਰਹੇ। ਤਹ ਗਏ ਜੋ ਨਰ ਤਿਹ ਸਮੈ। ਉਸ ਸਮੇਂ ਜਿਹੜੇ ਨਰ ਪੁਰਸ਼ ਸਿੱਖ ਸੇਵਕ ਮਹਾਰਾਜ ਜੀ ਜੋਤੀ ਜੋ ਸਮਾਉਣ ਸਮੇਂ ਕਰਤਾਰਪੁਰ ਸਾਹਿਬ ਗਏ ਹੈ। ਭਿਖ ਦੋਖ ਕਰੇ ਸਭ ਦੂਰਿਆ। ਮਹਾਰਾਜ ਜੀ ਦੇ ਦਰਸ਼ਨਾਂ ਨੂੰ ਦੇਖ ਕੇ ਉਹਨਾਂ ਨੇ ਦੋਸ਼ਾਂ ਗੁਨਾਹਾਂ ਸਾਰਿਆਂ ਨੂੰ ਦੂਰ ਕੀਤਾ। ਜਦ ਨਿਹਾਲ ਹੋ ਗਏ। ਬਾਹਰ ਸੁਲੱਖਣੀ ਆਏ। ਫਿਰ ਇੱਧਰੋਂ ਇੰਨੇ ਨੂੰ ਮਾਤਾ ਸੁਲੱਖਣੀ ਜੀ ਵੀ ਆ ਗਏ ਹੈ। ਬੰਦ ਕਰ ਬੰਧਨ ਕੀਨੀ। ਦੋਵੇਂ ਹੱਥ ਜੋੜ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਮਨ ਅਧੀਨ ਹੋਇ ਦੀਨਾ। ਮਨ ਵਿੱਚ ਬਹੁਤ ਅਧੀਨ ਹੋ ਕੇ ਦੀਨ ਨਿਮਾਣੀ ਨਿਮਰਤਾ ਵਿੱਚ ਹੋ ਕੇ ਤੀਨ ਪ੍ਰਦਛਨ ਦੀਨੀ। ਸਤਿਗੁਰੂ ਜੀ ਦੀਆਂ ਅੱਗੇ 3 ਪ੍ਰਦਸ਼ਨਾਂ ਇਰਦ ਗਿਰਦ ਦਿੱਤੀਆਂ। ਮਹਾਰਾਜ ਸੁਆਮੀ ਪਤੀ ਜੀ ਮੈਂ ਮਨ ਕਰਕੇ ਵੀ ਤੁਹਾਨੂੰ ਮੱਥਾ ਟੇਕਦੀ ਹਾਂ, ਬਾਣੀ ਕਰਕੇ ਮੱਥਾ ਟੇਕਦੀ ਹਾਂ, ਸਰੀਰ ਕਰਕੇ ਮੱਥਾ ਟੇਕਦੀ ਹਾਂ। ਲੋਚਨ ਤੇ ਜਲ ਜਾਤ। ਇਵੇਂ 3 ਪ੍ਰਦਖਣਾ ਮਾਤਾ ਜੀ ਨੇ ਦਿੱਤੀਆਂ। ਨੇਤਰਾਂ ਤੋਂ ਜਲ ਜਿਹੜਾ
ਉਹ ਆਈ ਜਾਂਦਾ ਵਿਰਾਗ ਕਰਕੇ। ਬੈਠ ਗਈ ਤਬੀ ਸਮੀਪਾ। ਤਦੋਂ ਮਾਤਾ ਜੀ ਸਤਿਗੁਰੂ ਜੀ ਦੇ ਪਾਸ ਹੀ ਬੈਠ ਗਏ ਹਨ। ਮਰ ਜਾਨੀ ਕੋ ਦੇਖ। ਐਵੇਂ ਆਪਣੀ ਸੁਪਤਨੀ ਮਾਤਾ ਸੁਲੱਖਣੀ ਜੀ ਨੂੰ ਮੁਰਝਾਈ ਹੋਈ ਦੇਖ ਕੇ ਭਨਿਓ ਬੇਦੀ ਕੁਲ ਦੀਪਾ। ਬੇਦੀਆਂ ਦੇ ਕੋਲ ਦੇ ਜੋ ਦੀਵਾ ਪ੍ਰਕਾਸ਼ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਹੇ ਪਤਨੀ ਸੁਲੱਖਣੀ, ਇੱਕ ਸਿੱਖ ਜਾਹੋ ਸ੍ਰੀ ਚੰਦ ਢਿਗ। ਇਹ ਤੁਸੀਂ ਐਵੇਂ ਵਿਰਾਗ ਨਾ ਕਰੋ। ਤੇ ਤਦੋਂ ਮਹਾਰਾਜ ਨੇ ਕਿਹਾ, ਭਾਈ ਇੱਕ ਸਿੱਖ ਜਿਹੜਾ ਨਾ ਉਹ ਸਾਡੇ ਸੁਪੁੱਤਰ ਸ਼੍ਰੀ ਚੰਦ ਦੇ ਕੋਲ ਜਾਓ। ਲਖਮੀ ਦਾਸ ਸੰਯੁਗਤ ਯਹ। ਜਿੱਥੇ ਛੋਟੇ ਸਾਡੇ ਸੁਪੁੱਤਰ ਲਖਮੀ ਦਾਸ ਦੇ ਸਹਿਤ ਬੈਠੇ ਹੋਏ ਆ ਦੋਨੋਂ। ਜਸ ਪਦ ਲਿਆਓ ਬੁਲਾਏ ਤਿਨਾ। ਉਹਨਾਂ ਨੂੰ ਬੜੀ ਛੇਤੀ ਨਾਲ ਬੁਲਾ ਕੇ ਤੇ ਫਟਾਫਟ ਹੀ ਲਿਆਓ ਸਾਡੇ ਪਾਸ। ਬਾਹਰ ਦਰਸ ਪਾਵਹਿ ਸੋ ਨਹ। ਕਿਉਂਕਿ ਅੱਜ ਅਸੀਂ ਜੋਤੀ ਜੋ ਸਮਾ ਜਾਣਾ ਤੇ ਫਿਰ ਉਹਨਾਂ ਨੂੰ ਕਹਿ ਦੇਣਾ ਵੀ ਤੁਸੀਂ ਸਾਡਾ ਅੱਜ ਤੋਂ ਬਾਅਦ ਦਰਸ਼ਨ ਨਹੀਂ ਪਾ ਸਕੋਗੇ। ਦੋਹਰਾ ਸਨ ਸੇਵਕ ਗਮਨਿਓ ਤੁਰਤ। ਜਿਸ ਸੇਵਕ ਨੇ ਬਚਨ ਸੁਣਿਆ ਉਹ ਸੇਵਕ ਕਹਿੰਦਾ ਮਹਾਰਾਜ ਸਤ ਬਚਨ ਜੀ ਸੁਣ ਕੇ ਬੜੀ ਛੇਤੀ ਚਲਾ ਗਿਆ ਉੱਥੇ। ਜਾਏ ਕੀਨ ਅਰਦਾਸ। ਜਿੱਥੇ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਬੈਠੇ ਹੋਏ ਸਨ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ। ਇੱਧਰ ਸੰਗਤ ਬਹੁਤ ਹੈ, ਉਧਰ ਆਰਾਮ ਨਾਲ ਬੈਠੇ ਹੋਏ ਇਸ ਪੁੱਤਰ। ਤੁਮਹਿ ਬੁਲਾਵਤ ਸਤਿਗੁਰੂ। ਹੱਥ ਜੋੜ ਕੇ ਕਿਹਾ, ਗੁਰੂ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਤੁਹਾਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਬੁਲਾਉਂਦੇ ਪਏ ਆ। ਉਠ ਚੱਲੀਏ ਤਿਨ ਪਾਸ। ਛੇਤੀ ਦੇ ਕੇ ਉੱਠ ਚੱਲੀਏ ਮਹਾਰਾਜ ਜੀ ਦੇ ਪਾਸ ਕੋਲ। ਸਮਾ ਸਮਾਵਨ ਕੋ ਅਬੈ। ਕਿਉਂਕਿ ਮਹਾਰਾਜ ਜੀ ਦਾ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਹੀ ਹੈ। ਮਿਲ ਲੀਜੈ ਤਿਨ ਸਾਥ। ਆਪ ਜੀ ਮਿਲ ਲਈਏ ਉਹਨਾਂ ਦੇ ਨਾਲ, ਬਾਅਦ ਸਮਾਂ ਹੱਥ ਨਹੀਂ ਆਏਗਾ। ਚਾਹੋ ਜੋ ਕੁਛ ਬੋਲੋ ਸੁਨਹੁ। ਜੋ ਤੁਸੀਂ ਕੁਝ ਬੋਲਣਾ ਚਾਹੁੰਦੇ ਹੋ ਆਪਣਾ ਬੋਲੋ ਤੇ ਮਹਾਰਾਜ ਜੀ ਪਾਸੋਂ ਵੀ ਸੁਣੋ ਵੀ ਗੁਰੂ ਸਾਹਿਬ ਜੀ ਕੀ ਕਹਿੰਦੇ ਆਪ ਨੂੰ। ਧਰਹੁ ਚਰਨ ਪਰਮਾਥ। ਇਸ ਕਰਕੇ ਸਾਹਿਬਜ਼ਾਦੋ ਤੁਸੀਂ ਦੇਰੀ ਨਾ ਕਰੋ, ਮਹਾਰਾਜ ਦੇ ਚਰਨਾਂ ਉੱਪਰ ਜਾ ਕੇ ਆਪਣਾ ਮੱਥੇ ਰੱਖ ਦਿਓ, ਮੱਥੇ ਟੇਕੋ ਸਤਿਗੁਰੂ ਜੀ ਨੂੰ। ਦੋਹਰਾ ਬਦਨ ਬਿਹਸ ਕੈ ਬਚ ਕਹੇ। ਉਸ ਵੇਲੇ ਜਦੋਂ ਸੇਵਕ ਨੇ ਵੀ ਕਿਹਾ ਵੀ ਮਹਾਰਾਜ ਜੋਤੀ ਜੋ ਸਮਾਉਣ ਵਾਲੇ ਜਾ ਕੇ ਮੱਥਾ ਟੇਕ ਲਓ, ਤੇ ਬਾਬਾ ਸ਼੍ਰੀ ਚੰਦ ਜੀ ਜਿਹੜੇ ਨਾ ਉਸ ਵੇਲੇ ਮਖੌਲ ਜਿਹਾ ਸਮਝਿਆ, ਮੁੱਖੋਂ ਹੱਸ ਕੇ ਇਸ ਤਰ੍ਹਾਂ ਬਚਨ ਕਹੇ। ਦਿਵਸ ਸਪਤ ਮੀਜੈਸਾ। ਕਹਿੰਦੇ ਅੱਛਾ ਵੀ ਸੇਵਕਾ, ਜਿਸ ਤਰ੍ਹਾਂ ਮਹਾਰਾਜ ਸਤਵੀਂ ਦਿਵਸ ਸਤਵੀਂ ਥਿਤ ਨੂੰ ਸਮਾ ਗਏ ਸਨ ਜੋਤੀ ਜੋਤ ਭਲਾ, ਹਮਹਿ ਬੁਲਾਵਤ ਹੈ ਅਬੈ। ਹੁਣ ਵੀ ਸਾਨੂੰ ਉਸੇ ਤਰ੍ਹਾਂ ਬੁਲਾ ਰਹੇ ਜਿਵੇਂ ਸਤਵੀਂ ਥਿਤ ਵਾਲੇ ਦਿਨ ਬੁਲਾਇਆ ਸੀ ਵੀ ਜੋਤੀ ਜੋ ਸਮਾਉਣ ਲੱਗੇ ਆ ਕੇ ਮਿਲ ਜੋ ਲੋ ਸਾਨੂੰ। ਆਜ ਸਮਾਵਹਿ ਤੈਸ। ਅੱਜ ਵੀ ਉਸੇ ਤਰ੍ਹਾਂ ਸਮਾਉਣਗੇ ਵੀ ਇਹ ਮਖੌਲ ਜਿਹਾ ਕੀਤਾ, ਵਿਅੰਗ ਜੀ ਨਾਲ ਬੋਲਿਆ ਵੀ ਅੱਜ ਵੀ ਇਵੇਂ ਮਹਾਰਾਜ ਸਮਾਉਣਗੇ ਜਿਵੇਂ ਸਤਵੀਂ ਥਿਤ ਤੇ ਸਮਾਏ ਸੀ। ਅਜੇ ਪਰਸੋਂ ਚੌਥ ਦੀ ਤੇ ਗੱਲ ਲੰਗੀ ਹੋਈ ਹੈ। ਸੋਰਠਾ ਨਹ ਆਏ ਤਿਹ ਕਾਲ। ਉਸ ਸਮੇਂ ਸਿੱਖ ਨੂੰ ਇਵੇਂ ਕਹਿ ਦਿੱਤਾ ਤੇ ਆਪ ਆਏ ਹੀ ਨਹੀਂ ਹੈ। ਜਾਨਹਿ ਮਾਨਵ ਆਨ ਜਿਉ। ਐਵੇਂ ਉਹ ਗਿਆਨ ਕਰਕੇ ਐਵੇਂ ਜਾਣਦੇ ਆ ਵੀ ਜਿਵੇਂ ਹੋਰ ਕੋਈ ਆਮ ਮਨੁੱਖ ਹੁੰਦਾ ਨਾ, ਹੋਰਨਾਂ ਮਨੁੱਖਾਂ ਵਾਂਗ ਮਾਰਨ ਸਮਝਦੇ ਵੀ ਐਵੇਂ ਉਹ ਆਪਣੀ ਪੂਜਾ ਵਾਸਤੇ ਕਹਿੰਦੇ ਵੀ ਸਮਾ ਸਮੂ ਜਾਣਾ ਹੈ, ਸਮਾਉਣਾ ਨਾ ਕਿੱਥੇ ਹੈ। ਆ ਸਤਵੀਂ ਥਿਤ ਵਾਲੇ ਦਿਨ ਵੀ ਇਸੇ ਤਰ੍ਹਾਂ ਕਿਹਾ ਸੀ, ਅੱਜ ਫੇਰ ਕਹਿ ਦਿੱਤਾ। ਐਵੇਂ ਮਨੁੱਖ ਰੂਪ ਮਹਾਰਾਜ ਨੂੰ ਸਮਝਦੇ ਹਨ ਗਿਆਨ ਕਰਕੇ। ਏਕ ਓੰਕਾਰ ਕਿਰਪਾਲ। ਜੋ ਇੱਕ ਓੰਕਾਰ ਸ੍ਰਿਸ਼ਟੀ ਦਾ ਕਰਤਾ ਹਰਤਾ ਉਤਪਤੀ ਪਾਲਣਾ ਲੈਤਾ ਕਰਨ ਵਾਲਾ ਵਾਹਿਗੁਰੂ ਇੱਕੋ ਹੀ ਇੱਕ ਹੈ, ਜੋ ਬੜਾ ਦਿਆਲੂ ਕਿਰਪਾਲੂ ਹੈ, ਮਹਾਨ ਪਰਮੇਸ਼ਰ। ਰੂਪ ਧਰਿਓ ਨਹ ਜਾਣਈ। ਜਾਣਦੇ ਨਹੀਂ ਹੈ ਵੀ ਉਸ ਇੱਕ ਓੰਕਾਰ ਪਰਮੇਸ਼ਰ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ ਧਾਰਿਆ ਹੋਇਆ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਸਤਿਗੁਰੂ ਨਾਨਕ ਦੇਵ ਪਾਰ ਬ੍ਰਹਮ ਪੂਰਨ ਪਰਮੇਸ਼ਰ। ਇਹ ਨਹੀਂ ਜਾਣਿਆ ਤੇ ਮਨੁੱਖ ਕਰਕੇ ਸਮਝਦੇ ਮਹਾਰਾਜ ਨੂੰ।
ਇਹੀ ਸਮਝਦੇ ਵੀ ਵੱਡੀ ਉਮਰ ਹੋਈ ਹੈ ਸਾਡੇ ਪਿਤਾ ਜੀ ਦੀ। ਦੋਹਰਾ ਸੁਨ ਕਾ ਤਿਨ ਕੇ ਬਚਨ ਕੋ। ਇਵੇਂ ਸਿੱਖ ਸੁਣ ਕੇ ਦੋਵਾਂ ਸਾਹਿਬਜ਼ਾਦਿਆਂ ਦੇ ਬਚਨਾਂ ਨੂੰ ਸਿੱਖ ਆਇਓ ਗੁਰ ਪਾਸ। ਸਿੱਖ ਬੜੀ ਛੇਤੀ ਦੇ ਕੇ, ਕਿਉਂਕਿ ਸਿੱਖ ਨੂੰ ਤੇ ਪਤਾ ਨਾ ਕਿ ਮਹਾਰਾਜ ਜੋਤੀ ਜੋ ਸਮਾ ਜਾਣੇ ਤੇ ਮੈਂ ਕਾਹਨੂੰ ਵਾਂਝਾ ਰਹਿ ਜਾ। ਬੜੀ ਛੇਤੀ ਮਹਾਰਾਜ ਪਾਸ ਆਇਆ ਸਿੱਖ ਦੌੜ ਕੇ। ਜਿਹ ਬਿਦ ਤਿਨ ਉਤਰ ਦਿਓ। ਜਿਸ ਤਰ੍ਹਾਂ ਉਹਨਾਂ ਨੇ ਉੱਤਰ ਦਿੱਤਾ ਸੀ ਬਾਬਾ ਸ਼੍ਰੀ ਚੰਦ ਹੋਣਾ ਨੇ, ਕਰਤ ਭਇਓ ਅਰਦਾਸ। ਉਸੇ ਤਰ੍ਹਾਂ ਮਹਾਰਾਜ ਅੱਗੇ ਕਥਨ ਕਰਦਾ ਹੋਇਆ ਅਰਦਾਸ ਕੀਤੀ, ਮਹਾਰਾਜ ਮੈਂ ਕਿਹਾ ਸੀ ਵੀ ਆ ਜਾਓ, ਮਹਾਰਾਜ ਜੋਤੀ ਜੋ ਸਮਾ ਜਾਣਾ। ਅੱਗੋਂ ਕਹਿੰਦੇ ਵੀ ਜਿਸ ਤਰ੍ਹਾਂ ਸਤਵੀਂ ਥੇਤੇ ਸਮਾ ਗਏ ਸਨ ਉਹੋ ਜਿਹੇ ਅੱਜ ਸਮਾ ਜਾਣਗੇ। ਇਵੇਂ ਕਹਿ ਕੇ ਮਹਾਰਾਜ ਉਹ ਨਹੀਂ ਆਏ। ਸ੍ਰੀ ਗੁਰ ਸੁਨ ਤੂਸ਼ਨ ਰਹੇ। ਗੁਰੂ ਸਾਹਿਬ ਜੀ ਸੁਣ ਕੇ ਚੁੱਪ ਹੀ ਰਹੇ ਵੀ ਉਹ ਗਿਆਨ ਦਾ ਪੜਦਾ ਤੇ ਅਸਾਂ ਨੇ ਆਪ ਹੀ ਪਾਇਆ, ਸਮਝਣਾ ਕਿੱਥੋਂ ਇਹਨਾਂ ਨੇ। ਬੈਠੇ ਸਭਾ ਮਝਾਰ। ਸਿੱਖ ਸੰਗਤ, ਜਿੱਥੇ ਸੰਗਤ ਦੀ ਬੜੀ ਸਭਾ ਦੀਵਾਨ ਲੱਗਾ ਹੋਇਆ ਹੈ, ਬੜੀ ਭੀੜ ਹੈ, ਉੱਥੇ ਵਿੱਚ ਹੀ ਮਹਾਰਾਜ ਬੈਠੇ ਹੋਏ ਸੱਜ ਰਹੇ। ਵੇਦ ਸ਼ਬਦ ਧੁਨ ਹਵਾ ਰਹੀ। ਇੱਧਰੋਂ ਜਿਹੜੇ ਵੇਦ ਪਾਠੀ ਆ ਉਹ ਵੇਦਾਂ ਦਾ ਪਾਠ ਕਰ ਰਹੇ, ਬੜੀ ਧੁਨੀ ਆਵਾਜ਼ ਹੋ ਰਹੀ ਹੈ। ਤੇ ਜਿਹੜੇ ਗੁਰੂ ਕੇ ਸਿੱਖ ਉਹ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ, ਉਹ ਸ਼ਬਦਾਂ ਦੀ ਧੁਨੀ ਬੜੀ ਆਵਾਜ਼ ਹੋ ਰਹੀ ਹੈ। ਇਹ ਜਾਂ ਵੇਦ ਸ਼ਬਦ ਵੀ ਜਿਹੜੇ ਗਿਆਨ ਦੇ ਸ਼ਬਦ ਹੈ ਗੁਰਬਾਣੀ ਦੇ, ਉਹਨਾਂ ਦੀ ਧੁਨੀ ਹੋ ਰਹੀ ਹੈ। ਉੱਥੇ ਦੇ ਹੁਣ ਸਾਧ ਸੰਗਤ ਜੀ ਸਾਰੇ ਤਰ੍ਹਾਂ ਤਰ੍ਹਾਂ ਦੇ ਆਏ ਹੋਏ ਹੈ। ਸਾਰੇ ਗੁਰੂ ਨੂੰ ਮਾਰਨ ਮੰਨਦੇ ਹੈ, ਪਰਮੇਸ਼ਰ ਨੂੰ ਕੌਣ ਨਹੀਂ ਭਲਾ ਮੰਨਦਾ। ਆ ਕਈ ਜਦੋਂ ਆਏ ਨਾ ਵੇਦ ਸ਼ਬਦ ਤੁਹਾਨੂੰ ਹੈ ਰੇ ਲੈ, ਵੇਦਾਂ ਦੀ ਗੱਲ ਇੱਥੇ ਕਿੱਥੋਂ ਆ ਗਈ ਹੈ। ਮਹਾਰਾਜ ਨੇ ਵੇਦਾਂ ਵਿੱਚ ਕਿੱਥੇ ਗੱਲ ਆ ਗਈ ਵੀ ਹੁਣ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ ਅਤੇ ਪਰਮੇਸ਼ਰ ਦਾ ਤਾਂ ਸਭ ਕੁਝ ਹੀ ਹੈ। ਪਰਮੇਸ਼ਰ ਦੇ ਵੇਦ ਹੈ, ਪਰਮੇਸ਼ਰ ਦੇ ਕੁਰਾਨ ਹੈ, ਪਰਮੇਸ਼ਰ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਹੈ। ਸਭ ਕੁਝ ਗੁਰੂ ਦਾ ਹੀ ਹੈ, ਗੁਰੂ ਤੋਂ ਬਾਹਰ ਹੈ ਕੀ ਭਲਾ। ਜਦੋਂ ਅਸੀਂ ਵਿਆਪਕਤਾ ਵੇਖਦੇ ਹਾਂ, ਜਦੋਂ ਅਸੀਂ ਦਵੈਤ ਭਾਵ ਮੁਕਾਉਂਦੇ ਹਾਂ, ਉੱਥੇ ਕੋਈ ਪਰਾਇਆ ਤਾਂ ਹੈ ਹੀ ਨਹੀਂ, ਸਭ ਕੁਝ ਪਰਮਾਤਮਾ ਦਾ ਹੀ ਹੈ। ਅਤੇ ਵੇਦਾਂ ਵਿੱਚ ਵੀ ਤਾਂ ਗਿਆਨ ਕਾਂਡ ਹੈ, ਕਰਮ ਕਾਂਡ, ਉਪਾਸਨਾ ਕਾਂਡ, ਪਰਮੇਸ਼ਰ ਦੀ ਮਿਲਦੀ ਵਿਧੀ ਦੱਸੀ ਹੋਈ ਹੈ। ਜਿਵੇਂ ਉੱਥੇ ਚਾਰ ਸਫੇਰੇ ਵੇਦਾਂ ਦੇ ਸ਼ਰੂਤੀਆਂ ਦੀ, ਰਿਚਾਂ ਦੀ ਜਿਹੜੀ ਹੈ ਧੁਨੀ ਹੋ ਰਹੀ ਹੈ। ਵੇਦ ਪਾਠੀ ਆਪਣੀ ਜਿਵੇਂ ਉਹਨਾਂ ਨੂੰ ਵੇਦ ਪੜ੍ਹਨੇ ਆਉਂਦੇ ਵੇਦ ਪੜ੍ਹ ਰਹੇ ਹੈ, ਗੁਰੂ ਕਿਸੇ ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਹੈ, ਉਹਦੀ ਆਵਾਜ਼ ਹੋ ਰਹੀ ਹੈ। ਜਿਹੜੇ ਸਿੱਖ ਗੁਰਬਾਣੀ ਨਹੀਂ ਪੜ੍ਹੇ ਜਾਣਦੇ ਨਹੀਂ ਹੈ, ਉਹ ਸਤਿਨਾਮ ਵਾਹਿਗੁਰੂ ਦੇ ਸ਼ਬਦ ਦੀ ਧੁਨੀ ਕਰ ਰਹੇ ਹੈ। ਕੋਈ ਸਤਿਨਾਮ ਵਾਹਿਗੁਰੂ ਜਪ ਰਿਹਾ, ਕੋਈ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਵੇਂ ਜਪ ਰਿਹਾ। ਧੁਨੀ ਚਾਰ ਸਪੇਰੇ ਹੋ ਰਹੀ ਹੈ। ਦਰਸਹ ਲੋਕ ਹਜ਼ਾਰ। ਹਜ਼ਾਰ ਬੇਅੰਤ ਬੇਅੰਤ ਲੋਕ ਹੀ ਮਹਾਰਾਜ ਜੀ ਦਾ ਦਰਸ਼ਨ ਉੱਥੇ ਕਰ ਰਹੇ, ਵੱਧ ਚੜ੍ਹ ਕੇ। ਕੋਈ ਵਾਂਝਾ ਨਹੀਂ ਰਿਹਾ, ਮਹਾਰਾਜ ਜੀ ਦਰਸ਼ਨਾਂ ਤੋਂ ਕੋਈ ਵਾਂਝਾ ਰਹਿਣਾ ਹੀ ਨਹੀਂ ਚਾਹੁੰਦਾ। ਇਸਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਸਮਾਵਨ ਕੋ ਪ੍ਰਸੰਗ ਵਰਣਨ ਨਾਮ ਪੰਚ ਪੰਚਾਸਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 55 ਅਧਿਆਏ ਜਿਹੜੇ ਸਮਾਪਤ ਹੋ ਗਏ। ਜਿਹੜੇ ਜੋਤੀ ਜੋ ਸਮਾਉਣ ਦੇ ਪ੍ਰਸੰਗ ਚੱਲ ਰਹੇ ਆ, 2 ਪ੍ਰਸੰਗ ਜਿਹੜੇ ਮਹਾਰਾਜ ਜੀ ਦੀ ਕਥਾ ਦੇ ਹੋ ਰਹੇ ਹੈਗੇ ਆ। ਇਸੇ ਤਰ੍ਹਾਂ ਹੀ ਆਪਾਂ ਰਲ ਮਿਲ ਕੇ ਸੰਗਤ ਰੂਪ ਵਿੱਚ ਸਰਵਣ ਕਰ ਲਵਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਸਾਧ ਸੰਗਤ ਦੀ ਸਮਾਪਤੀ ਹੈ। ਸ੍ਰੀ ਗੁਰ ਸੁਨ ਤੂਸ਼ਨ ਰਹੇ। ਬੈਠੇ ਸਭਾ ਮਝਾਰ। ਵੇਦ ਸ਼ਬਦ ਧੁਨ ਹਵਾ ਰਹੀ। ਦਰਸਹ ਲੋਕ ਹਜ਼ਾਰ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ। ਸਮਾਵਨ ਕੋ ਪ੍ਰਸੰਗ ਵਰਣਨ ਨਾਮ ਪੰਚ ਪੰਚਾਸਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।